ਸਤਿ ਸ੍ਰੀ ਅਕਾਲ, ਨਮਸਕਾਰ। ਮੈਂ ਹਾਂ ਬਲਬੀਰ ਜੰਡੂ, ਤੁਹਾਡਾ ਸਭ ਦਾ ਸੱਜਣ ਮੀਡੀਆ ਚੈਨਲ ਉੱਤੇ ਸਵਾਗਤ ਹੈ। ਜਿਸ ਤਰ੍ਹਾਂ ਅਸੀਂ ਦੇਖ ਰਹੇ ਹਾਂ ਕਿ ਦੇਸ਼ ਭਰ ਦੇ ਵਿੱਚ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਵੱਲੋਂ CBI, ED ਤੇ ਇਨਕਮ ਟੈਕਸ ਜਿਹੜੀ ਡਿਪਾਰਟਮੈਂਟ ਹੈ, ਉਸ ਦੀ ਆਪਣੇ ਵਿਰੋਧੀਆਂ ਦੇ ਖਿਲਾਫ ਵਰਤੋਂ ਹੋ ਰਹੀ ਹੈ ਔਰ ਉਹਨਾਂ ਦੀ ਲਗਾਤਾਰ ਇੱਕ ਕੋਸ਼ਿਸ਼ ਹੈ ਕਿ ਜਿਹੜੇ ਖੇਤਰੀ ਪਾਰਟੀਆਂ ਜਾਂ ਜਿਹੜੀ ਨੈਸ਼ਨਲ ਪਾਰਟੀ ਕਾਂਗਰਸ ਹੈ, ਉਹਦੇ ਵਿੱਚ ਜਿਹੜੇ ਵੀ ਉਹਨਾਂ ਦੇ ਵਿਰੋਧੀ ਹੈ, ਉਹਨਾਂ ਨੂੰ ਕਮਜ਼ੋਰ ਕੀਤਾ ਜਾਵੇ, ਉਹਨਾਂ ਦੇ ਹੌਸਲੇ ਪਸਤ ਕੀਤੇ ਜਾਣ। ਇਸ ਦੇ ਲਈ ਉਹਨਾਂ ਉੱਤੇ ਛਾਪੇ ਲਗਾਤਾਰ ਜਾਰੀ ਹੈ। ਚਾਹੇ ਪਹਿਲਾਂ ਜਿਹੜੀ ਰਾਸ਼ਟਰੀ ਕਾਂਗਰਸ ਪਾਰਟੀ ਸ਼ਰਦ ਪਵਾਰ ਦੀ ਅਗਵਾਈ ਵਾਲੀ, ਉਸ ਦੇ ਜਿਹੜੇ ਪ੍ਰਮੁੱਖ ਆਗੂ ਸੀ, ਉਹਨਾਂ ਨੂੰ ED ਨੇ ਅੰਦਰ ਸੁੱਟਿਆ ਔਰ ਫਿਰ ਜਿਹੜੇ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਮਮਤਾ ਬੈਨਰਜੀ, ਉਹਨਾਂ ਦੇ ਭਤੀਜੇ ਦੇ ਖਿਲਾਫ ਜਿਸ ਤਰ੍ਹਾਂ ਕੇਸ ਬਣੇ, ਇਸ ਤਰ੍ਹਾਂ ਦਾ ਜਿਹੜਾ ਰੁਝਾਨ ਹੈ ਔਰ ਉਹ ਨਾਲ ਦੀ ਨਾਲ ਸ਼ਿਵ ਸੈਨਾ ਦੇ ਨਾਲ ਜੋ ਕੁਝ ਹੋਇਆ, ਇਹ ਸਾਰਾ ਦੇਖਣ ਨੂੰ ਮਿਲ ਰਿਹਾ। ਔਰ ਹੁਣ ਜਿਹੜੀ ਤਾਜ਼ਾ ਘਟਨਾ ਕੱਲ ਵਾਪਰੀ ਹੈ, ਉਹ CBI ਨੇ ਜਿਸ ਢੰਗ ਨਾਲ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਉੱਤੇ CBI ਨੇ ਛਾਪੇ ਮਾਰੇ ਆ, ਲਗਭਗ 30 ਤੋਂ ਵੱਧ ਟਿਕਾਣਿਆਂ ਤੇ ਛਾਪੇ ਮਾਰੇ ਆ ਔਰ ਉਹਨਾਂ ਦੇ ਉੱਤੇ FIR ਦਰਜ ਕੀਤੀ ਗਈ ਹੈ। ਔਰ ਉਹ ਜਿਹੜਾ FIR ਦਰਜ ਕੀਤੀ ਗਈ ਹੈ, ਉਸ ਦੇ ਵਿੱਚ PMLA ਜਿਹੜਾ ਹੈ, ਉਸ ਦੇ ਤਹਿਤ 2 ਧਾਰਾਵਾਂ ਲਾਈਆਂ ਗਈਆਂ, ਜਿਸ ਤੋਂ ਸਿੱਧੇ ਸੰਕੇਤ ਮਿਲਦੇ ਆ ਕਿ ਹੁਣ ਛੇਤੀ ਹੀ ED ਦਾ ਛਾਪਾ ਵੀ ਉਹਨਾਂ ਦੇ ਟਿਕਾਣਿਆਂ ਤੇ ਪਏਗਾ ਔਰ ਨਾਲ ਦੀ ਨਾਲ ਇਸ ਦੇ ਉਹਨਾਂ ਨੂੰ ਗ੍ਰਿਫਤਾਰ ਕਰਨ ਦੀਆਂ ਜਿਹੜੀਆਂ ਸੰਭਾਵਨਾਵਾਂ ਵੀ ਜਿਹੜੀਆਂ ਪੈਦਾ ਹੋਈਆਂ। ਸੋ ਇੱਕ ਪੱਖ ਤਾਂ ਇਹ ਹੈ। ਦੂਸਰਾ ਪੱਖ ਇਹ ਹੈ ਕਿ ਜਿਸ ਤਰ੍ਹਾਂ ਭਾਰਤੀ ਜਨਤਾ ਪਾਰਟੀ ਦੇ ਅੰਦਰ ਹੁਣ ਸੰਸਦੀ ਬੋਰਡ ਦਾ ਪੁਨਰਗਠਨ ਕੀਤਾ ਗਿਆ, ਕੇਂਦਰੀ ਚੋਣ ਕਮੇਟੀ ਦਾ ਪੁਨਰਗਠਨ ਕੀਤਾ ਗਿਆ ਤੇ ਉਹਦੇ ਵਿੱਚ ਨਰਿੰਦਰ ਮੋਦੀ ਉਹਨਾਂ ਨੂੰ ਜਿਹੜਾ ਲੱਗਦਾ ਸੀਗਾ ਕਿ ਉਹਨਾਂ ਦੇ ਜਿਹੜੇ ਉੱਥੇ ਕੰਪੀਟੀਟਰ ਨੇ ਜਾਂ ਜਿਹੜੇ ਉਹਨਾਂ ਦੇ ਮੁਕਾਬਲੇ ਤੇ ਖੜ ਸਕਦੇ ਆ, ਉਮੀਦਵਾਰ ਬਣ ਸਕਦੇ ਆ 2024 ਦੇ ਵਿੱਚ, ਉਹਨਾਂ ਦੇ ਨੂੰ ਵੀ ਉਹਨਾਂ ਕਮੇਟੀਆਂ ਤੋਂ ਬਾਹਰ ਕਰ ਦਿੱਤਾ ਗਿਆ, ਚਾਹੇ ਉਹ ਨਿਤਨ ਗਡਕਰੀ ਨੇ, ਚਾਹੇ ਸ਼ਿਵਰਾਜ ਚੌਹਾਨ ਨੇ, ਕਿਉਂਕਿ ਇਹਨਾਂ ਦੋਨਾਂ ਬਾਰੇ ਕਿਸੇ ਸਮੇਂ ਇਹ ਗੱਲ ਆਉਂਦੀ ਰਹੀ ਹੈ ਕਿ ਇਹ ਦੋਨਾਂ ਦੇ ਵਿੱਚ ਜਿਹੜੇ ਹੈ ਪ੍ਰਾਈਮ ਮਿਨਿਸਟਰ ਬਣਦੇ ਗੁਣ ਹੈਗੇ ਆ, ਇਹ ਬਣ ਸਕਦੇ ਆ। ਸੋ ਇਹ ਜਿਹੜੀ ਸਾਰੀ ਸਥਿਤੀ ਹੈ ਬਣੀ ਔਰ ਜਿਸ ਢੰਗ ਨਾਲ ਭਾਰਤੀ ਜਨਤਾ ਪਾਰਟੀ ਦੀ ਮੌਜੂਦਾ ਲੀਡਰਸ਼ਿਪ ਇਸ ਨੀਤੀ ਉੱਤੇ ਚੱਲ ਕੇ ਨਰਿੰਦਰ ਮੋਦੀ ਦੇ ਜਿਹੜੇ ਮੁਕਾਬਲੇ 'ਚ ਆਉਣ ਵਾਲੀਆਂ ਧਿਰਾਂ, ਉਹਨਾਂ ਨੂੰ ਕਿਸ ਤਰ੍ਹਾਂ ਪਾਸੇ ਕਰਨਾ ਚਾਹੁੰਦੀ ਹੈ, ਇਸ ਦੇ ਉੱਤੇ ਅਸੀਂ ਚਰਚਾ ਕਰਾਂਗੇ। ਇਸ ਚਰਚਾ ਦੇ ਲਈ ਸਾਡੇ ਨਾਲ ਜੁੜੇ ਨੇ ਪੰਜਾਬ ਯੂਨੀਵਰਸਿਟੀ ਦੇ ਰਾਜਨੀਤੀ ਸ਼ਾਸਤਰ ਵਿਭਾਗ ਦੇ ਪ੍ਰੋਫੈਸਰ ਮੁਹੰਮਦ ਖਾਲਦ ਜੀ। ਅਸੀਂ ਉਹਨਾਂ ਤੋਂ ਇਹ ਜਾਣਨਾ ਚਾਹਾਂਗੇ ਕਿ ਇਹ ਜੋ ਕੁਝ ਦੇਸ਼ 'ਚ ਵਾਪਰ ਰਿਹਾ, ਇਹ ਸਥਿਤੀ ਅੱਗੇ 2024 ਦੀਆਂ ਜਿਹੜੀਆਂ ਚੋਣਾਂ ਦੀ ਤਿਆਰੀ ਕਰ ਰਹੀਆਂ ਸਾਰੀਆਂ ਪਾਰਟੀਆਂ, ਇਹ ਦੇਸ਼ ਨੂੰ ਕਿਸ ਪਾਸੇ ਲੈ ਕੇ ਜਾਏਗੀ। ਪ੍ਰੋਫੈਸਰ, ਤੁਹਾਡਾ ਪ੍ਰੋਗਰਾਮ ਸਵਾਗਤ ਹੈ। ਮਿਹਰਬਾਨੀ ਜੰਡੂ ਸਾਹਿਬ। ਜੰਡੂ ਸਾਹਿਬ ਤੁਸੀਂ ਜੀ 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 ਤੁਸੀਂ ਕਹਿਣ ਲੱਗੇ ਸੀ ਕੁਝ? ਹਾਂ, ਮੈਂ ਨਹੀਂ, ਤੁਸੀਂ ਆਪਣੀ ਗੱਲ ਪੂਰੀ ਕਰ ਲਓ, ਫਿਰ ਮੈਂ ਆਪਣੀ ਗੱਲ ਸ਼ੁਰੂ ਕਰਾਂਗਾ। ਠੀਕ ਹੈ ਜੀ। ਇਹ ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਪ੍ਰੋਫੈਸਰ, ਹੁਣ ਕੱਲ CBI ਨੇ ਛਾਪੇ ਮਾਰੇ ਮਨੀਸ਼ ਸਿਸੋਦੀਆ ਦੇ ਘਰਾਂ ਦੇ ਉੱਤੇ, ਉਸ ਦੇ ਜਿਹੜੇ ਸਹਿਯੋਗੀ ਸੀ ਉਹਨਾਂ ਟਿਕਾਣਿਆਂ ਦੇ ਉੱਤੇ, ਤੇ ਲਗਭਗ 11 ਜਿਹੜੇ ਲੋਕ ਹੈ ਉਹਨਾਂ ਦੇ ਖਿਲਾਫ ਉਹਨਾਂ ਨੇ FIR ਦਰਜ ਕੀਤੀ ਹੈ, ਜਿੰਦੇ 'ਚ ਮੁੱਖ ਮੁਲਜ਼ਮ ਜਿਹੜਾ ਇਹਨਾਂ ਨੂੰ ਬਣਾਇਆ ਗਿਆ ਹੈ ਮਨੀਸ਼ ਸਿਸੋਦੀਆ ਹੋਣਾ। ਤੇ ਨਾਲ ਇਹ ਕਿਹਾ ਜਾ ਰਿਹਾ ਕਿ ਉਹਨਾਂ ਨੇ ਇਹ ਜਿਹੜਾ ਆਬਕਾਰੀ ਘਟਾਲਾ ਹੋਇਆ, ਉਹਦੇ 'ਚ 144 ਕਰੋੜ ਰੁਪਏ ਦਾ ਜਿਹੜਾ ਛੋਟ ਦਿੱਤੀ ਆ ਆਪਣੇ ਜਿਹੜੇ ਚਹੇਤੇ ਵਪਾਰੀ ਸੀ ਜਾਂ ਕਾਰੋਬਾਰੀ ਸੀ ਜਾਂ ਠੇਕੇਦਾਰ ਸੀ ਉਹਨਾਂ ਨੂੰ। ਤਾਂ ਇਹ ਸਾਰੀ ਸਥਿਤੀ ਜੋ ਪੈਦਾ ਹੋ ਰਹੀ ਹੈ, ਇਹਦੇ ਨਾਲ ਤੁਸੀਂ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ, ਇਹਦੇ ਕੀ ਅਰਥ ਨੇ? ਜੰਡੂ ਸਾਹਿਬ, ਤੁਸੀਂ ਬਹੁਤ ਹੀ ਇੰਪੋਰਟੈਂਟ ਤੇ ਭਖਦੇ ਇਸ਼ੂਜ਼ ਜਿਹੜੇ ਹੈਗੇ ਆ ਫਲੈਗ ਆਊਟ ਕੀਤੇ ਹਨ ਔਰ ਇਸ ਵੇਲੇ ਅਖਬਾਰਾਂ ਦੇ ਵਿੱਚ ਵੀ, ਸੋਸ਼ਲ ਮੀਡੀਆ ਤੇ ਵੀ ਤੇ ਇਲੈਕਟ੍ਰੋਨਿਕ ਮੀਡੀਆ ਤੇ ਵੀ ਕਈ ਚੀਜ਼ਾਂ ਇਸ ਤਰ੍ਹਾਂ ਦੀਆਂ ਸਾਹਮਣੇ ਆ ਰਹੀਆਂ ਜਿਨ੍ਹਾਂ ਦਾ ਜ਼ਿਕਰ ਤੁਸੀਂ ਕੀਤਾ। ਦੇਖੋ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜਾ ਸੈਂਟਰਲ ਏਜੰਸੀਜ਼ ਹੈ, ਖਾਸ ਤੌਰ ਪਰ 2-3 ਸੈਂਟਰਲ ਏਜੰਸੀਜ਼, ਇੱਕ ਤਾਂ ਨਾਰਕੋਟਿਕ ਬੋਰਡ ਹੈ, ਇੱਕ ਐਨਫੋਰਸਮੈਂਟ ਡਾਇਰੈਕਟੋਰੇਟ ਹੈ ED ਜਿਹਨੂੰ ਆਪਾਂ ਕਹਿੰਦੇ ਆ, ਇੱਕ CBI ਹੈ ਔਰ ਇੱਕ ਇਕਨੋਮਿਕ ਆਫੈਂਸ ਵਿੰਗ ਹੈ। ਇਕਨੋਮਿਕ ਆਫੈਂਸ ਵਿੰਗ ਜਿਹੜਾ ਹੁੰਦਾ ਉਹ ਪੁਲਿਸ ਦਾ ਹੁੰਦਾ ਅਲੱਗ, ਸੈਪਰੇਟ।
ਜੀ ਜਿਵੇਂ ਕਿ ਕੱਲ ਦਾ ਜਿਹੜਾ ਹੋਇਆ ਮਨੀਸ਼ ਸਿਸੋਦੀਆ ਦੇ ਘਰ ਛਾਪਾ, ਉਹਦੇ ਪਰ ਸੀਬੀਆਈ ਤੇ ਦਿੱਲੀ ਪੁਲਿਸ ਦਾ EOW ਇਕਨੋਮਿਕ ਅਫੈਂਸ ਵਿੰਗ ਵੀ ਸੀਗਾ। ਇਹਨਾਂ ਦਾ ਭਰਪੂਰ ਇਸਤੇਮਾਲ ਹੋ ਰਿਹਾ ਹੈ ਔਰ ਵਿਰੋਧੀਆਂ ਨੂੰ ਦਬਾਉਣ ਦੇ ਵਾਸਤੇ ਇਹ ਸਾਰਾ ਕੁਝ ਹੋ ਰਿਹਾ ਹੈ। ਇਹਦੇ ਵਿੱਚ ਤਾਂ ਆਪਾਂ ਨੂੰ ਡਿਸਕਸ ਕਰਨ ਦੀ ਲੋੜ ਨਹੀਂ, ਕਿਉਂਕਿ ਰੋਜ਼ ਹੀ ਡਿਸਕਸ ਹੋ ਰਿਹਾ ਹੈ, ਹਰ ਜਗ੍ਹਾ ਤੇ ਡਿਸਕਸ ਹੋ ਰਿਹਾ ਹੈ ਕਿ ਸਾਰਾ ਕੁਝ ਹੋ ਰਿਹਾ ਹੈ। ਸਵਾਲ ਇਹ ਹੈਗਾ ਕਿ ਕਿਉਂ ਕੀਤਾ ਜਾ ਰਿਹਾ ਹੈ। ਕੀਤਾ ਇਸ ਕਰਕੇ ਜਾ ਰਿਹਾ ਹੈ ਕਿ ਕੋਈ ਵੀ ਵਿਅਕਤੀ ਜਿੱਥੋਂ ਥੋੜਾ ਬਹੁਤ ਵੀ ਉਹਨਾਂ ਨੂੰ ਜਿਹੜਾ ਨਰਿੰਦਰ ਮੋਦੀ ਔਰ ਅਮਿਤ ਸ਼ਾਹ ਦੀ ਜੋੜੀ ਹੈ, ਉਹਨਾਂ ਨੂੰ ਅਗਰ ਕਿਤੋਂ ਵੀ ਲੱਗਦਾ ਹੈ ਕਿ ਇੱਥੋਂ ਸਾਨੂੰ ਡਾਈਸੈਂਟ ਵਿਰੋਧਤਾ ਜਾਂ ਸਾਨੂੰ ਚੈਲੰਜ ਮਿਲ ਸਕਦਾ ਹੈ ਤਾਂ ਅਸੀਂ ਉਹਨੂੰ ਖਤਮ ਕਰ ਦਈਏ। ਉਹਦੇ ਵਿੱਚ ਤੁਸੀਂ ਵੈਸਟ ਬੰਗਾਲ ਦੀ ਗੱਲ ਕੀਤੀ, ਮਹਾਰਾਸ਼ਟਰ ਦਾ ਆਪਾਂ ਸਾਰੇ ਜਾਣਦੇ ਹੈਗੇ ਆ, ਇਸ ਤੋਂ ਇਲਾਵਾ ਦਿੱਲੀ ਦੇ ਵਿੱਚ ਹੁਣ ਜੋ ਕੁਝ ਹੋਇਆ ਹੈ ਔਰ ਹੋਰ ਵੀ ਕਈ ਸਟੇਟਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਹੈਗੀਆਂ ਹੁੰਦੀਆਂ ਰਹੀਆਂ। ਗੱਲ ਇਹ ਹੈਗੀ ਹੈ ਕਿ ਇਹਨਾਂ ਚੀਜ਼ਾਂ ਦੇ ਵਿੱਚ ਵਕਤੀ ਤੌਰ ਤੇ ਤੁਸੀਂ ਆਪਣੀ ਸੱਤਾ ਨੂੰ ਮਜ਼ਬੂਤ ਕਰ ਸਕਦੇ ਹੋ, ਲੇਕਿਨ ਇਹਦਾ ਕਾਊਂਟਰ ਪ੍ਰੋਡਕਟਿਵ ਵੀ ਬੜਾ ਜ਼ਬਰਦਸਤ ਹੁੰਦਾ ਹੈ। ਜੀ ਅਗਰ ਤੁਸੀਂ ਸੋਚੋ ਕਿ ਲੋਕ ਜਾਂ ਜਿਹੜੇ ਲੀਡਰਾਂ ਨੂੰ ਤੁਸੀਂ ਤੰਗ ਕਰ ਰਹੇ ਹੋ, ਲੋਕ ਉਹ ਦੇਖ ਨਹੀਂ ਰਹੇ, ਲੋਕ ਡੈਫੀਨਿਟਲੀ ਦੇਖ ਰਹੇ ਹਨ। ਇਸ ਵੇਲੇ ਇਹਨਾਂ ਦੇ ਦਿਮਾਗ ਦੇ ਵਿੱਚ ਹੈਗੀ ਹੈ ਕਿ ਇੱਕ ਪਾਸੇ ਅਸੀਂ ਹਿੰਦੂਤਵ ਦਾ ਏਜੰਡਾ ਲੈ ਕੇ ਅੱਗੇ ਵਧੀਏ, ਉਹਦੇ ਨਾਲ ਅਸੀਂ ਜਿਹੜੀ ਮੈਜੋਰਿਟੀ ਆ ਉਹਨੂੰ ਆਪਣੇ ਨਾਲ ਰੱਖੀਏ। ਦੂਸਰੇ ਪਾਸੇ ਉਹ ਲੋਕ ਜਿਹੜੇ ਸਾਡੀ ਵਿਰੋਧਤਾ ਕਰਦੇ ਆ, ਉਹਨਾਂ ਨੂੰ ਅਸੀਂ ਥੱਲੇ ਲਾ ਕੇ ਰੱਖੀਏ, ਉਹਨਾਂ ਪਰ ਕੋਈ ਨਾ ਕੋਈ ਮੁਸੀਬਤ ਖੜੀ ਕਰ ਰੱਖੀਏ। ਚਾਹੇ ਨੈਸ਼ਨਲ ਪਾਰਟੀਜ਼ ਹੈ, ਚਾਹੇ ਰੀਜਨਲ ਪਾਰਟੀਜ਼ ਹੈ, ਉਹਨਾਂ ਪਰ ਕਿਸੇ ਨਾ ਕਿਸੇ ਤਰ੍ਹਾਂ ਦਾ ਆਰੋਪ ਜਿਹੜਾ ਹੈਗਾ, ਔਰ ਨਾਲ ਉਹਨਾਂ ਦੇ ਮੀਡੀਆ ਲੱਗਿਆ ਹੋਇਆ ਹੈ। ਇਲੈਕਟ੍ਰੋਨਿਕ ਮੀਡੀਆ ਜਿਹੜਾ ਹੈਗਾ, ਟੀਵੀ ਚੈਨਲਸ, ਉਹ ਸ਼ਾਮ ਨੂੰ ਆਪਣਾ ਏਜੰਡਾ ਲੈ ਕੇ ਬੈਠਦੇ ਆ, ਜਿਹੜੇ ਐਂਕਰਸ ਹੈ, ਔਰ ਉਹ ਏਜੰਡਾ ਜਿਹੜਾ ਹੈਗਾ ਉਹ ਸਰਕਾਰ ਪੱਖੀ ਤੇ ਜਿਹੜੇ ਸੱਤਾ ਦੇ ਵਿੱਚ ਲੋਕ ਹੈ ਉਹਨਾਂ ਦੇ ਪੱਖੀ ਹੋ ਕੇ ਸਾਰੀਆਂ ਜਿਹੜੀ ਹੈਗੀਆਂ ਡਿਸਕਸ਼ਨਸ ਤੇ ਡਿਬੇਟ ਚਲਾਉਂਦਾ ਹੈ। ਇਹ ਜਿਹੜਾ ਇੱਕ ਬਹੁਤ ਵੱਡਾ ਜਿਹੜਾ ਕਹਿੰਦਾ ਇੱਕ ਨੈਕਸਸ ਬਣਿਆ ਹੈ, ਇਸ ਨੈਕਸਸ ਦੇ ਸਹਾਰੇ ਹੀ ਪਿਛਲੇ 8 ਸਾਲ ਤੋਂ ਸਰਕਾਰ ਚੱਲ ਰਹੀ ਹੈ। ਔਰ ਹਰ ਚੀਜ਼ ਦਾ ਇੱਕ ਅੰਤ ਹੁੰਦਾ ਹੈ, ਹਰ ਚੀਜ਼ ਨੂੰ ਕਿਤੇ ਨਾ ਕਿਤੇ ਚੈਲੰਜ ਮਿਲਦਾ ਹੈ। ਇਸ ਚੀਜ਼ ਨੂੰ ਵੀ ਅੰਦਰੋਂ ਹੀ ਚੈਲੰਜ ਮਿਲੇਗਾ, ਤੁਸੀਂ ਦੇਖਦੇ ਜਾਓ ਥੋੜੀ ਦੇਰ, ਔਰ ਹੋਰ ਦੀ ਗੱਲ ਹੈ। ਲੇਕਿਨ ਵਿਦਨ ਦਾ ਪਾਰਟੀ ਵੀ ਬਹੁਤ ਸਾਰੀ ਸੁਧਗਰਾਹਟ ਦੇ ਖਿਲਾਫ ਹੋ ਰਹੀ ਹੈ, ਕਿਉਂਕਿ ਸਾਰਿਆਂ ਨੂੰ ਇਹ ਪਤਾ ਹੈ ਵੀ ਸਾਡਾ ਨੰਬਰ ਕਿਸੇ ਨਾ ਕਿਸੇ ਵੇਲੇ ਲੱਗ ਸਕਦਾ ਹੈ। ਤੁਸੀਂ ਦੇਖੋ ਕਈ ਲੀਡਰਾਂ ਨੂੰ ਸਾਈਡ ਤੇ ਕਰ ਦੇਣਾ, ਪਹਿਲਾਂ ਨਕਵੀ ਨੂੰ ਸਾਈਡ ਤੇ ਕਰਤਾ, ਹੁਣ ਉਹ ਸ਼ਾਹ ਨਵਾਜ਼ ਦੇ ਉੱਪਰ ਕੇਸ ਸ਼ੁਰੂ ਹੋ ਗਿਆ। ਜਿਸ ਵੇਲੇ ਤੁਸੀਂ ਬੋਰਡ ਆਪਣਾ ਨਵਾਂ ਬਣਾਇਆ ਪਾਰਲੀਮੈਂਟਰੀ ਬੋਰਡ, ਉਹਦੇ ਵਿੱਚੋਂ ਜਿਹੜੇ ਸਿਰ ਕੱਢ ਲੀਡਰ ਸੀਗੇ ਉਹਨਾਂ ਨੂੰ ਲਾਂਭੇ ਕਰਤਾ, ਪਾਸੇ ਕਰਤਾ। ਇਹ ਸਾਰੀਆਂ ਚੀਜ਼ਾਂ ਇਸ ਕਰਕੇ ਹੋ ਰਹੀਆਂ ਕਿ ਰਸਤਾ ਬਿਲਕੁਲ ਸਾਫ਼ ਹੋਵੇ। ਨਾ ਤਾਂ ਸਾਨੂੰ ਕੋਈ ਪੋਲੀਟੀਕਲ ਪਾਰਟੀ ਰੀਜਨਲ ਜਾਂ ਨੈਸ਼ਨਲ ਉਹ ਕੋਈ ਚੈਲੰਜ ਕਰ ਸਕੇ, ਨਾ ਪਾਰਟੀ ਦੇ ਅੰਦਰੋਂ ਕੋਈ ਚੈਲੰਜ ਆਉਂਦੇ 20-25 ਸਾਲ ਖੜਾ ਹੋ ਸਕੇ, ਔਰ ਸੱਤਾ ਜਿਹੜੀ ਹੈਗੀ ਹੈ ਉਹ ਸਾਡੇ ਕੋਲ ਰਹੇ। ਇਹ ਸਿਚੁਏਸ਼ਨ ਬਣਦੀ ਜਾ ਰਹੀ ਹੈ, ਬਣੀ ਹੋਈ ਹੈ। ਔਰ ਇਸ ਸਿਚੁਏਸ਼ਨ ਦੇ ਅਗੇਂਸਟ ਵੀ ਲੋਕ ਉੱਠ ਕੇ ਖੜੇ ਹੁੰਦੇ ਆ। ਐਸੀ ਗੱਲ ਨਹੀਂ ਕਿ ਗੱਲ ਨਹੀਂ ਚੱਲਦੀ, ਆਪਾਂ ਜਿਵੇਂ ਡਿਸਕਸ਼ਨ ਕਰ ਰਹੇ ਹਾਂ, ਸੋਸ਼ਲ ਮੀਡੀਆ ਭਰਿਆ ਪਿਆ ਇਹਨਾਂ ਸਾਰੀਆਂ ਚੀਜ਼ਾਂ ਦੇ ਨਾਲ, ਔਰ ਕਿਤੇ ਨਾ ਕਿਤੇ ਲੋਕਾਂ ਤੱਕ ਇਹ ਆਵਾਜ਼ ਜ਼ਰੂਰ ਪਹੁੰਚ ਰਹੀ ਹੈ ਕਿ ਇਹ ਸਾਰਾ ਜਿਹੜਾ ਹੈ ਡੈਮੋਕ੍ਰੇਸੀ ਵਾਸਤੇ ਬੜਾ ਖਤਰਨਾਕ ਹੈ, ਔਰ ਸਾਡੇ ਲੋਕਤੰਤਰ ਤੇ ਸਾਡੇ ਜਿਹੜੇ ਰਾਜਨੀਤਿਕ ਸੰਰਚਨਾਵਾਂ ਜਾਂ ਰਾਜਨੀਤਿਕ ਇੰਸਟੀਟਿਊਸ਼ਨਸ ਹੈ ਉਹਨਾਂ ਨੂੰ ਬਹੁਤ ਵੱਡੀ ਢਾਹ ਲੱਗ ਰਹੀ ਹੈ। ਸਾਡਾ ਫੈਡਰਲ ਸਟਰਕਚਰ ਖਤਮ ਹੋ ਰਿਹਾ ਹੈ, ਸਾਡੀ ਪਾਵਰ ਸਟਰਕਚਰ ਜਿਹੜਾ ਹੈਗਾ ਉਹ ਸੈਂਟਰਲਾਈਜੇਸ਼ਨ ਹੋ ਰਹੀ ਹੈ ਉਹਦੀ ਜ਼ਬਰਦਸਤ ਤਰੀਕੇ ਦੇ ਨਾਲ। ਔਰ ਅਗਰ ਜ਼ਿਆਦਾ ਪਾਵਰਾਂ ਇਕੱਠੀਆਂ ਹੋ ਜਾਣ ਤਾਂ ਉਹਨਾਂ ਪਾਵਰਾਂ ਦੇ ਕਰਪਟ ਹੋਣ ਦੇ ਚਾਂਸਸ ਵੀ ਜ਼ਿਆਦਾ ਹੁੰਦੇ ਆ। ਕਹਿੰਦੇ ਪਾਵਰ ਕਰਪਟਸ ਐਂਡ ਐਬਸੋਲੂਟ ਪਾਵਰ ਕਰਪਟਸ ਐਬਸੋਲੂਟਲੀ। ਤਾਂ ਉਸ ਸਿਚੁਏਸ਼ਨ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਇਹ ਜਿਹੜਾ ਸਰਕਾਰੀ ਤੰਤਰ ਦਾ, ਸਰਕਾਰੀਆਂ ਏਜੰਸੀਆਂ ਦਾ, ਸੈਂਟਰਲ ਲਾ ਐਨਫੋਰਸਮੈਂਟ ਏਜੰਸੀਆਂ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ, ਵੱਧ ਚੜ ਕੇ ਇਸਤੇਮਾਲ ਕੀਤਾ ਜਾ ਰਿਹਾ ਹੈ। ਇਹਨੂੰ ਕੋਈ ਵਧੀਆ ਢੰਗ ਦੇ ਨਾਲ ਨਹੀਂ ਦੇਖਿਆ ਜਾ ਰਿਹਾ। ਬੇਸ਼ੱਕ ਹਜੇ ਵੀ
ਲੋਕ ਜ਼ਿਆਦਾਤਰ ਉਹਨਾਂ ਨੂੰ ਹੀ ਸਰਾਹਨਾ ਕਰ ਰਹੇ ਹੈ, ਯਾਨੀ ਕਿ ਪਾਵਰ ਦੇ ਵਿੱਚ ਜਿਹੜੇ ਲੀਡਰ ਹੈ ਉਹਨਾਂ ਨੂੰ ਇਹ ਸਰਾਹਨਾ ਕਰ ਰਹੇ ਹੈ, ਔਰ ਇਹ ਸੋਚ ਰਹੇ ਹੈ ਵੀ ਬਾਕੀ ਦੇ ਸਾਰੇ ਜਿਹੜੇ ਸੀਗੇ ਉਹ ਚੋਰ ਚੱਕੇ ਇਕੱਠੇ ਹੋਏ ਸੀਗੇ। ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ। ਲੇਕਿਨ ਨਹੀਂ ਪ੍ਰੋਫੈਸਰ, ਅਗਰ ਇਸ ਤੋਂ ਇਹ ਗੱਲ ਵੀ ਕਿਤੇ ਨਾ ਕਿਤੇ ਲੱਗਦੀ ਹੈ ਜਾਂ ਇਹ ਇੱਕ ਪ੍ਰਭਾਵ ਮਿਲਦਾ ਹੈ ਕਿ ਜਿਹੜੇ ਜਿੰਨੇ ਵੀ ਭ੍ਰਿਸ਼ਟਾਚਾਰੀ ਆ ਉਹ ਸਾਰੇ ਵਿਰੋਧੀ ਧਿਰ ਚ ਹੈ ਤੇ ਸੱਤਾਧਾਰੀ ਬਿਲਕੁਲ ਪਾਕ ਸਾਫ਼ ਹੈ। ਨਹੀਂ, ਇਹਦੇ ਵਿੱਚ ਦੋ ਚੀਜ਼ਾਂ ਸਾਹਮਣੇ ਆਉਂਦੀਆਂ। ਪਹਿਲੀ ਚੀਜ਼ ਤਾਂ ਹੈਗੀ ਹੈ ਕਿ ਇਹ ਕਿਹਾ ਜਾ ਰਿਹਾ ਹੈ, ਕਈ ਬੰਦਿਆਂ ਨੇ ਗੱਲ ਕਹੀ ਹੈ, ਕਈ ਆਪੋਜੀਸ਼ਨ ਦੇ ਲੀਡਰਾਂ ਨੇ ਗੱਲ ਕਹੀ ਹੈ ਕਿ ਕਿਆ ਬੀਜੇਪੀ ਦੇ ਵਿੱਚ ਸਾਰੇ ਸਾਫ਼ ਸੁਥਰੇ ਹੈਗੇ ਆ? ਕਿਆ ਮਹਾਰਾਸ਼ਟਰ ਕਰਨਾਟਕਾ ਦੇ ਵਿੱਚ ਕੁਝ ਨਹੀਂ ਹੋ ਰਿਹਾ? ਖੁਦ ਉੱਥੇ ਕਿਆ ਇਹਦੇ ਵਿੱਚ ਹਰਿਆਣੇ ਦੇ ਵਿੱਚ ਹੀ ਹਰਿਆਣੇ ਦੇ ਮੰਤਰੀ ਨੇ ਕੱਲ ਇਹ ਗੱਲ ਕਹੀ ਹੈ ਭ੍ਰਿਸ਼ਟਾਚਾਰ ਦੇ ਬਾਰੇ, ਤਾਂ ਉੱਥੇ ਕਿਸੇ ਤਰ੍ਹਾਂ ਦਾ ਕੋਈ ਉਹ ਨਹੀਂ। ਕਰਨਾਟਕਾ ਦੇ ਵਿੱਚ ਉਹਨਾਂ ਨੇ ਕਿਹਾ ਕਿ ਭ੍ਰਿਸ਼ਟਾਚਾਰ ਜਿਹੜਾ ਹੈਗਾ ਸ਼ਿਖਰ ਤੇ ਹੈ, ਉੱਥੇ ਕਿਸੇ ਤਰ੍ਹਾਂ ਦਾ ਕੋਈ ਉਹ ਨਹੀਂ। ਉੱਥੇ ਤਾਂ ਪ੍ਰੋਫੈਸਰ ਦੇਖੋ ਯੇਦੂਰੱਪਾ ਉਹਨਾਂ ਨੂੰ ਇਸੇ ਗੱਲ ਕਰਕੇ ਭ੍ਰਿਸ਼ਟਾਚਾਰ ਕਰਕੇ ਉੱਥੇ ਪਾਸੇ ਕੀਤਾ ਗਿਆ ਸੀ ਤੇ ਉਹ ਹੁਣ ਇਸ ਵੇਲੇ ਸੰਸਦੀ ਬੋਰਡ ਦੇ ਮੈਂਬਰ ਵੀ ਨੇ। ਔਰ ਦੂਸਰੀ ਚੀਜ਼ ਇਹ ਹੈਗੀ ਹੈ ਕਿ ਜਿਹੜੇ ਆਪੋਜੀਸ਼ਨ ਚ ਲੀਡਰ ਹੈ ਔਰ ਜਿਨ੍ਹਾਂ ਦੇ ਉੱਪਰ ਈਡੀ ਦੇ ਰੇਡ ਕਈ ਤਰ੍ਹਾਂ ਦੇ ਹੋਰ ਪਰਚੇ ਦਰਜ ਉਹ ਸਾਰਾ ਕੁਝ ਕਰਵਾਇਆ, ਜਿਸ ਵੇਲੇ ਉਹਨਾਂ ਨੇ ਪਾਲਾ ਬਦਲ ਕੇ ਬੀਜੇਪੀ ਚਲੇ ਗਿਆ, ਉਹਨਾਂ ਦੇ ਅਗੇਂਸਟ ਕੋਈ ਐਕਸ਼ਨ ਨਹੀਂ, ਉਹ ਪਾਕ ਸਾਫ਼ ਹੋ ਗਏ। ਇਹ ਕਿਹਾ ਜਾਂਦਾ ਹੈ ਕਿ ਬੀਜੇਪੀ ਇੱਕ ਜਿਵੇਂ ਕੱਪੜੇ ਧੋਣ ਦੀ ਮਸ਼ੀਨ ਹੁੰਦੀ ਹੈ, ਗੰਦਾ ਕੱਪੜਾ ਪਾਓ ਤੇ ਸਾਫ਼ ਨਿਕਲ ਆਉਂਦਾ, ਉਹ ਇਦਾਂ ਲੱਗਦਾ ਹੈ ਕਿ ਇਸ ਤਰ੍ਹਾਂ ਦੀ ਇੱਕ ਮਸ਼ੀਨ ਬਣ ਚੁੱਕੀ ਹੈ ਕਿ ਭਾਈ ਜਿਹਦੇ ਪਰ ਜੋ ਵੀ ਆਰੋਪ ਹੈ, ਕੋਈ ਕਰਪਸ਼ਨ ਦਾ ਹੋਵੇ, ਕੋਈ ਚੋਰ ਚੱਕਾ ਹੋਵੇ, ਕੋਈ ਕਿਸੇ ਤਰ੍ਹਾਂ ਦਾ ਵੀ ਕੋਈ ਹੋਵੇ, ਉਹ ਬੀਜੇਪੀ ਚਲਾ ਜਾਵੇ, ਉਹ ਸਾਫ਼ ਸੁਥਰਾ ਹੋ ਜਾਂਦਾ ਉਹਦੇ ਪਰ, ਕਿਉਂ ਉਹਨੂੰ ਪਤਾ ਕੋਈ ਐਕਸ਼ਨ ਨਹੀਂ ਹੋਣਾ। ਇਹ ਜਿਹੜੀ ਚੀਜ਼ ਹੈ ਇਹ ਬਹੁਤ ਹੀ ਮੰਦਭਾਗੀ ਹੈ। ਔਰ ਆਪੋਜੀਸ਼ਨ ਦੇ ਜਿਹੜੀਆਂ ਪਾਰਟੀਆਂ ਉਹਨਾਂ ਦੇ ਵਿੱਚ ਸਭ ਤੋਂ ਵੱਡੀ ਕਮੀ ਇਹ ਹੈਗੀ ਹੈ ਕਿ ਇੱਕ ਪਲੇਟਫਾਰਮ ਤੇ ਇਕੱਠੀਆਂ ਨਹੀਂ ਹੋ ਪਾ ਰਹੀਆਂ। ਅਗਰ ਉਹ ਇੱਕ ਪਲੇਟਫਾਰਮ ਤੇ ਇਕੱਠਾ ਹੋ ਕੇ ਇੱਕ ਹਮਲਾ ਮਾਰਨ ਤਾਂ ਸਰਟਨਲੀ ਇਹ ਗੱਲ ਜਿਹੜੀ ਹੈਗੀ ਆ ਉੱਪਰ ਲੈਵਲ ਤੱਕ ਪਹੁੰਚ ਸਕਦੀ ਹੈ। ਲੇਕਿਨ ਅਨਫੋਰਚੂਨੇਟਲੀ ਆਪੋਜੀਸ਼ਨ ਜਿਹੜੀ ਹੈਗੀ ਹੈ, ਚਾਹੇ ਰੀਜਨਲ ਪਾਰਟੀਆਂ ਹੈ, ਆਪਣੇ ਆਪਣੇ ਟਰਫ ਜਿਹੜੀ ਆ ਉਹਨੂੰ ਛੱਡਣਾ ਨਹੀਂ ਚਾਹੁੰਦੀਆਂ, ਇਸ ਕਰਕੇ ਇਕੱਠੀਆਂ ਨਹੀਂ ਹੋ ਰਹੀਆਂ, ਜਿਹਦਾ ਖਮਿਆਜ਼ਾ ਜਿਹੜਾ ਹੈਗਾ ਉਹ ਇੰਡੀਵਿਜੂਅਲੀ ਭੁਗਤ ਰਹੀਆਂ। ਕਦੇ ਕਿਸੇ ਪਰ ਰੇਡ ਹੋ ਗਈ, ਕਦੇ ਕਿਸੇ ਤੇ ਰੇਡ ਹੋ ਗਈ। ਤੇ ਇੱਥੇ ਪ੍ਰੋਫੈਸਰ ਅਸੀਂ ਦੇਖਦੇ ਹਾਂ ਕਿ ਹੁਣ ਜਿਸ ਤਰ੍ਹਾਂ ਆਮ ਤੌਰ ਤੇ ਅਸੀਂ ਦੇਖਿਆ ਹੈ ਕਿ ਪਿਛਲੇ ਸਮੇਂ 'ਚ ਵੀ ਜਦੋਂ ਇੰਦਰਾ ਗਾਂਧੀ ਨੇ ਐਮਰਜੈਂਸੀ ਲਾਈ ਸੀ ਤਾਂ ਉਹਨਾਂ ਨੇ ਵੀ ਕਿਸ ਢੰਗ ਦੇ ਨਾਲ ਜਿਹੜੀਆਂ ਸਾਰੀਆਂ ਏਜੰਸੀਆਂ ਸੀ, ਸਾਰੀ ਸਟੇਟ ਮਸ਼ੀਨਰੀ ਸੀ, ਉਸ ਨੂੰ ਵਰਤਿਆ ਸੀ। ਤਾਂ ਹੁਣ ਵੀ ਅਸੀਂ ਦੇਖਦੇ ਹਾਂ ਕਿ ਜਿਹੜੀ ਸਟੇਟ ਮਸ਼ੀਨਰੀ ਨੂੰ ਆਪਣੀ ਸੱਤਾ ਨੂੰ ਬਣਾਈ ਰੱਖਣ ਦੇ ਲਈ ਤੇ ਵਿਰੋਧੀਆਂ ਨੂੰ ਕਮਜ਼ੋਰ ਕਰਨ ਦੇ ਲਈ ਵਰਤਿਆ ਜਾ ਰਿਹਾ। ਪਰ ਅਸੀਂ ਦੂਸਰੇ ਪਾਸੇ ਦੇਖਦੇ ਹਾਂ ਕਿ ਲੋਕਾਂ ਦੇ ਜਿਹੜੇ ਬੁਨਿਆਦੀ ਮਸਲੇ ਹੈ, ਚਾਹੇ ਉਹ ਬੇਰੁਜ਼ਗਾਰੀ ਹੈ, ਚਾਹੇ ਉਹ ਮਹਿੰਗਾਈ ਹੈ, ਚਾਹੇ ਉਹ ਨਾਮ ਬਰਾਬਰੀ ਹੈ, ਚਾਹੇ ਉਹ ਗਰੀਬੀ ਹੈ, ਉਹ ਜਿਸ ਢੰਗ ਨਾਲ ਵੱਧ ਰਹੇ, ਲੋਕਾਂ 'ਚ ਉਸ ਕਿਸਮ ਦੀ ਬੇਚੈਨੀ ਵੀ ਹੈ ਕਿ ਇਹ ਨਹੀਂ ਲੱਗਦਾ ਕਿ ਕਿਤੇ ਨਾ ਕਿਤੇ ਜਿਹੜੀ ਸੱਤਾਧਾਰੀ ਧਿਰ ਹੈ ਉਹ ਇਸ ਗੱਲ ਤੋਂ ਡਰੀ ਵੀ ਹੋਈ ਹੈ ਕਿ ਲੋਕਾਂ ਦਾ ਜਿਹੜਾ ਗੁੱਸਾ ਹੈਗਾ ਕਿ ਇਹ ਕਿਤੇ 2024 'ਚ ਜਾ ਕੇ ਸਾਡੇ ਖਿਲਾਫ ਨਾ ਫੁੱਟੇ। ਦੇਖੋ ਏਦਾਂ ਹੈਗਾ ਕਿ ਜਿਹੜੀਆਂ ਤੁਸੀਂ ਏਜੰਸੀਜ਼ ਦੀ ਗੱਲ ਕੀਤੀ ਹੈ, ਸੰਸਥਾਵਾਂ ਦੀ, ਰਾਸ਼ਟਰਪਤੀ ਤੁਹਾਡਾ ਹੈ, ਪਾਰਲੀਮੈਂਟ ਦੇ ਵਿੱਚ ਤੁਹਾਡੇ ਫੁੱਲ ਫਲੈਜਡ ਮੈਜੋਰਿਟੀ ਹੈ, ਕਾਰਜਪਾਲਿਕਾ ਕਾਰਜਕਾਰਨੀ ਤੁਹਾਡੇ ਕੰਟਰੋਲ 'ਚ ਹੈ, ਜੁਡੀਸ਼ਰੀ ਦੇ ਵਿੱਚ ਤੁਸੀਂ ਕੋਸ਼ਿਸ਼ ਕਰੀ ਜਾ ਰਹੇ ਹੋ ਕਿ ਐਸੇ ਬੰਦਿਆਂ ਨੂੰ ਹੀ ਅੱਗੇ ਨੂੰ ਅਪਾਇੰਟਮੈਂਟਾਂ ਦਿੱਤੀਆਂ ਜਾਣ ਜਿਹੜੇ ਕਿ ਤੁਹਾਡੇ ਅਗੇਂਸਟ ਨਾ ਬੋਲਣ। ਹਾਲਾਂਕਿ ਜੁਡੀਸ਼ਰੀ ਆਪਣੀ ਇੰਡੀਪੈਂਡੈਂਸ ਕਈ ਜਗ੍ਹਾ ਅਸਰਟ ਕਰ ਰਹੀ ਹੈ, ਲੇਕਿਨ ਕਈ ਜਗ੍ਹਾ ਇਹ ਲੱਗਦਾ ਹੈ ਕਿ ਸਰਕਾਰ ਦੇ ਪ੍ਰਭਾਵ ਦੇ ਵਿੱਚ ਆਈ ਹੋਈ ਹੈ ਜੁਡੀਸ਼ਰੀ। ਕਈ ਫੈਸਲਿਆਂ ਤੋਂ ਇਦਾਂ ਲੱਗਦਾ ਹੈ, ਕਈ ਫੈਸਲਿਆਂ ਤੋਂ ਲੱਗਦਾ ਹੈ ਕਿ ਜੁਡੀਸ਼ਰੀ ਜਿਹੜੀ ਹੈਗੀ ਹੈ ਸੁਤੰਤਰ ਰੂਪ 'ਚ ਕੰਮ ਕਰ ਰਹੀ ਹੈ। ਲੇਕਿਨ ਜਿਹੜੀ ਇਹ ਤਿੰਨ ਮੇਜਰ ਇੰਸਟੀਟਿਊਸ਼ਨਸ ਹੁੰਦੇ ਆ, ਉਸ ਤੋਂ ਬਾਅਦ ਹੈਗੀਆਂ ਏਜੰਸੀਜ਼, ਉਸ ਤੋਂ ਬਾਅਦ ਹੈ ਫੈਡਰਲ ਸਟਰਕਚਰ। ਉਹ ਕਹਿੰਦੇ ਆ ਵੀ ਹਰ ਚੀਜ਼ ਨੂੰ ਅਸੀਂ ਆਪਣੇ ਕੰਟਰੋਲ ਦੇ ਵਿੱਚ ਇਸ ਤਰੀਕੇ ਦੇ ਨਾਲ ਕਰੀਏ ਕਿ ਸਾਡੇ ਅਗੇਂਸਟ ਕੋਈ ਆਵਾਜ਼ ਨਾ ਰਹੇ, ਜੋ ਅਸੀਂ ਚਾਹੀਏ ਉਹ ਕਰੀਏ, ਜੋ ਇੰਸਟੀਟਿਊਸ਼ਨਸ ਨੂੰ ਅਸੀਂ ਆਦੇਸ਼ ਦਈਏ ਉਹ ਉਸੇ ਤਰੀਕੇ ਦੇ ਨਾਲ ਫੈਸਲੇ ਕਰਨ ਜਾਂ ਉਸੇ ਤਰੀਕੇ ਦੇ ਨਾਲ ਕੰਮ ਕਰਨ। ਇਹ ਚੀਜ਼ ਜਿਹੜੀ ਹੈਗੀ ਆ ਇਹ ਤਾਂ ਜਗ ਜ਼ਾਹਿਰ ਹੈ, ਜਿਹਨੂੰ ਸਾਰੀ ਦੁਨੀਆ ਦੇਖ ਰਹੀ ਹੈ, ਆਪਾਂ ਵੀ ਦੇਖ ਰਹੇ ਹਾਂ। ਉਹਦੇ ਵਿੱਚ ਪ੍ਰੋਫੈਸਰ ਕਿਤੇ ਨਾ ਕਿਤੇ ਇਹ ਗੱਲ ਤਾਂ ਹੈ ਹੀ ਹੈ ਕਿ ਜਿਹੜੇ ਇਤਿਹਾਸ ਵਿੱਚ ਵੀ ਅਸੀਂ ਜਦੋਂ ਘਟਨਾਵਾਂ ਦੇਖਦੇ ਹਾਂ ਤੇ ਉਹਦੇ ਵਿੱਚ ਜਦੋਂ ਹਾਕਮ ਜਿਹੜਾ ਹੈ ਉਹ ਡਰ ਜਾਂਦਾ ਹੈ ਤਾਂ ਉਹ ਜ਼ੁਲਮ ਤੇ ਜ਼ਬਰ ਵੱਲ ਜ਼ਿਆਦਾ ਅੱਗੇ ਨੂੰ ਵੱਧਦਾ। ਦੇਖੋ ਗੱਲ ਇਹ ਹੈਗੀ ਹੈ ਜੰਡੂ ਸਾਹਿਬ, ਜਿੱਥੇ ਤੱਕ ਸਵਾਲ ਹੈ ਇਤਿਹਾਸ ਦਾ,
ਇਸ ਵੇਲੇ ਦੀ ਜਿਹੜੀ ਰਜੀਮ ਹੈ ਉਹ ਇਤਿਹਾਸ ਦੇ ਵਿਰੁੱਧ ਤਾਂ ਇੱਕ ਜੰਗ ਲੜ ਹੀ ਰਹੀ ਹੈ। ਉਹ ਜੰਗ ਇਸ ਕਰਕੇ ਲੜ ਰਹੀ ਹੈ ਕਿ ਇਤਿਹਾਸ ਨੂੰ ਬਦਲਿਆ ਜਾਵੇ। ਇਤਿਹਾਸ ਨੂੰ ਜਦੋਂ ਕਹਿੰਦੇ ਆ ਇਤਿਹਾਸ ਨੂੰ ਮੁੜ ਕੇ ਸੋਚਣ ਦੀ ਲੋੜ ਹੈ, ਰੀਵਿਜ਼ਿਟ ਕਰਨ ਦੀ ਲੋੜ ਹੈ। ਉਹਦਾ ਜੀ ਮਤਲਬ ਇਹ ਹੈਗਾ ਕਿ ਅਸੀਂ ਇਤਿਹਾਸ ਨੂੰ ਆਪਣੇ ਮੁਤਾਬਕ ਬਦਲਣਾ ਚਾਹੁੰਦੇ ਹਾਂ। ਚਾਹੇ ਆਜ਼ਾਦੀ ਦੀ ਲੜਾਈ ਦਾ ਇਤਿਹਾਸ ਹੈ, ਚਾਹੇ ਮੁਗਲ ਕਾਲ ਦਾ ਇਤਿਹਾਸ ਹੈ, ਚਾਹੇ ਐਂਸ਼ੀਅੰਟ ਇੰਡੀਆ ਦਾ ਇਤਿਹਾਸ ਹੈ, ਅਸੀਂ ਸਭ ਕੁਝ ਨੂੰ ਆਪਣੇ ਮੁਤਾਬਕ, ਤੁਸੀਂ ਦੇਖੋ ਜਿਹੜੀਆਂ ਐਨਸੀਈਆਰਟੀ ਦੀਆਂ ਕਿਤਾਬਾਂ ਹੈ, ਹਿਸਟਰੀ ਦੀਆਂ ਕਿਤਾਬਾਂ ਹੈ, ਉਹਨਾਂ ਵਿੱਚ ਕਿੰਨੇ ਜ਼ਿਆਦਾ ਚੈਪਟਰ ਉਡਾਏ ਗਏ ਹੈ। ਕਿੰਨੇ ਜਿਹੜੇ ਹੈਗੇ ਆ ਨਵੇਂ ਚੈਪਟਰ ਜਿਨ੍ਹਾਂ ਦੀ ਕਈ ਐਸੇ ਹੈ ਜਿਨ੍ਹਾਂ ਦੀ ਕੋਈ ਰੈਸ਼ਨਲ ਸੋਚ ਵੀ ਨਹੀਂ ਹੈ, ਉਹ ਸਾਰੇ ਐਡ ਕੀਤੇ ਗਏ ਹੈ। ਔਰ ਜਿਹੜੀਆਂ ਆਈਸੀਸੀਆਰ ਹੈ, ਆਈਸੀਐਸਐਸਆਰ ਹੈ, ਜਿੰਨੇ ਇਹ ਰਿਸਰਚ ਫੰਡਿੰਗ ਇੰਸਟੀਟਿਊਸ਼ਨ ਹੈ, ਯੂਜੀਸੀ ਹੈ, ਉੱਥੇ ਆਪਣੀ ਸੋਚ ਦੇ ਬੰਦੇ, ਜਿੰਨੀਆਂ ਯੂਨੀਵਰਸਿਟੀਆਂ, ਸੈਂਟਰਲ ਯੂਨੀਵਰਸਿਟੀਆਂ ਹੈਗੀਆਂ, ਉਹਦੇ ਵਿੱਚ ਆਪਣੀ ਸੋਚ ਦੇ ਬੰਦੇ ਜਿਹੜੇ ਬੀਜੇਪੀ ਆਰਐਸਐਸ ਦੀ ਸੋਚ ਨੂੰ ਅੱਗੇ ਵਧਾ ਸਕਣ ਇੰਸਟੀਟਿਊਸ਼ਨਸ ਦੇ ਵਿੱਚ, ਉਹ ਜਿਹੜਾ ਹੈਗਾ ਉਹ ਸਾਰਾ ਕੁਝ ਚੱਲ ਰਿਹਾ ਹੈ। ਔਰ ਉਹਦਾ ਪ੍ਰਭਾਵ ਜਿਹੜਾ ਹੈਗਾ, ਇਹ ਕਹਿੰਦੇ ਵੀ ਡਾਊਨ ਟੂ ਜਿਹੜਾ ਇੱਕ ਅਸਿਸਟੈਂਟ ਪ੍ਰੋਫੈਸਰ ਅਪਾਇੰਟ ਹੋਏਗਾ, ਕੋਈ ਹੋਰ ਬੰਦਾ ਅਪਾਇੰਟ ਹੋਏਗਾ, ਖਾਸ ਤੌਰ ਪਰ ਹਾਇਰ ਐਜੂਕੇਸ਼ਨ ਇੰਸਟੀਟਿਊਸ਼ਨ ਦੇ ਵਿੱਚ, ਉੱਥੇ ਅਸੀਂ ਆਪਣੀ ਸੋਚ ਦੇ ਬੰਦੇ ਲਾਉਣੇ ਆ ਤਾਂ ਕਿ ਸਾਡੀ ਆਈਡੀਓਲੋਜੀ, ਸਾਡੀ ਵਿਚਾਰਧਾਰਾ ਜਿਹੜੀ ਹੈਗੀ ਉਹ ਪਨਪ ਸਕੇ। ਔਰ ਅਗਰ ਐਜੂਕੇਸ਼ਨ ਇੰਸਟੀਟਿਊਸ਼ਨਸ ਨੂੰ ਅਸੀਂ ਕੈਪਚਰ ਕਰ ਲਿਆ ਤਾਂ ਸਮਝ ਲਓ ਅਸੀਂ ਪੂਰੀ ਸਮਾਜ ਨੂੰ ਕੈਪਚਰ ਕਰ ਲਿਆ, ਕਿਉਂਕਿ ਉੱਥੋਂ ਯੂਥ ਨੇ ਸਿਰਜਣਾ, ਉੱਥੇ ਯੂਥ ਨੇ ਸੋਚ ਲੈ ਕੇ ਨਿਕਲਣਾ, ਉਹਨਾਂ ਦੀ ਸੋਚ ਨੂੰ ਬਦਲਿਆ ਜਾਵੇ। ਇਹ ਵੀ ਇੱਕ ਬਹੁਤ ਵੱਡਾ ਪ੍ਰੋਜੈਕਟ ਹੈ। ਇੱਕ ਹੋਰ ਚੀਜ਼ ਜਿਹੜੀ ਹੈਗੀ ਹੈ, ਤੁਸੀਂ ਕਿਹਾ ਕਿ ਜਿਹੜਾ ਇਤਿਹਾਸਕ ਰੂਪ ਦੇ ਵਿੱਚ ਜਦ ਆਪਾਂ ਦੇਖਦੇ ਹਾਂ, ਸਾਡੀ ਜਿਹੜੀ ਆਜ਼ਾਦੀ ਦੀ ਲੜਾਈ ਹੈ, ਉਹਦੇ ਵਿੱਚ ਵੀ ਕਈ ਤਰ੍ਹਾਂ ਦੇ ਲੋਕਾਂ ਨੂੰ ਉਭਾਰਿਆ ਜਾ ਰਿਹਾ, ਕਈ ਨੂੰ ਦਬਾਇਆ ਜਾ ਰਿਹਾ। ਫॉर ਐਗਜ਼ਾਮਪਲ ਨਹਿਰੂ ਦੀ ਸੋਚ ਨੂੰ ਬਿਲਕੁਲ ਹੀ ਨਕਾਰਿਆ ਜਾ ਰਿਹਾ ਹੈ, ਨਹਿਰੂ ਦੀ ਕੰਟਰੀਬਿਊਸ਼ਨ ਨੂੰ ਬਿਲਕੁਲ ਜ਼ੀਰੋ ਕੀਤਾ ਜਾ ਰਿਹਾ। ਹੁਣੀ ਜਿਹੜੀ 15 ਅਗਸਤ ਦੀ ਸਪੀਚ ਸੀਗੀ ਪ੍ਰਧਾਨ ਮੰਤਰੀ ਦੀ, ਉਹਦੇ ਵਿੱਚ ਪੰਡਿਤ ਜਵਾਹਰ ਲਾਲ ਨਹਿਰੂ ਬਿਲਕੁਲ ਹੀ ਗਾਇਬ ਸੀਗਾ। ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਹੋ ਰਹੀਆਂ ਹਨ। ਇਹ ਸਭ ਅਚਾਨਕ ਨਹੀਂ ਹੋ ਰਹੀਆਂ, ਇਹ ਇੱਕ ਪ੍ਰੋਜੈਕਟ ਦਾ ਪਾਰਟ ਹੈ। ਉਹ ਪ੍ਰੋਜੈਕਟ ਹਿੰਦੂਤਵ ਦਾ ਪ੍ਰੋਜੈਕਟ ਹੈ, ਉਹ ਪ੍ਰੋਜੈਕਟ ਜਿਹੜਾ ਹੈਗਾ ਅਖੰਡ ਭਾਰਤ ਦਾ ਪ੍ਰੋਜੈਕਟ ਹੈ, ਉਹ ਪ੍ਰੋਜੈਕਟ ਜਿਹੜਾ ਹੈਗਾ ਆਪਣੇ, ਕਿਉਂਕਿ ਇਹਨਾਂ ਨੇ ਖੁਦ ਤਾਂ ਕੋਈ ਵੀ ਕੰਟਰੀਬਿਊਸ਼ਨ ਆਜ਼ਾਦੀ ਦੀ ਲੜਾਈ 'ਚ ਨਹੀਂ ਕੀਤੀ, ਤੇ ਘੱਟੋ ਘੱਟ ਆਜ਼ਾਦੀ ਦੀ ਲੜਾਈ ਨੂੰ ਇਸ ਤਰੀਕੇ ਦੇ ਨਾਲ ਮੋਲਡ ਕਰੀਏ ਜਿਹਦੇ ਵਿੱਚ ਆਪਣੇ ਆਪ ਨੂੰ ਉੱਪਰ ਲਿਆਂਦਾ ਜਾ ਸਕੇ। ਸਵਾਰਕਰ ਦੀ ਗੱਲ ਕਰਨੀ, ਜਿਹੜਾ ਕਿ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਕਿਸ ਤਰੀਕੇ ਦੇ ਨਾਲ ਮਾਫੀਨਾਮੇ ਹੋਏ ਅੰਗਰੇਜ਼ਾਂ ਤੋਂ, ਕਿਸ ਤਰੀਕੇ ਨਾਲ ਅੰਗਰੇਜ਼ਾਂ ਦਾ ਸਾਥ ਦਿੱਤਾ, ਲੇਕਿਨ ਉਹਨਾਂ ਨੂੰ ਅੱਗੇ ਲਿਆਉਣਾ, ਇਹ ਸਾਰੀਆਂ ਚੀਜ਼ਾਂ ਹੋ ਰਹੀਆਂ। ਤੇ ਵੈਸੇ ਪ੍ਰਸਵ ਅਸੀਂ ਦੇਖਦੇ ਹਾਂ ਕਿ ਜਿਸ ਤਰ੍ਹਾਂ ਪਿਛਲੇ 75 ਸਾਲਾਂ ਦੇ ਅੰਦਰ, ਅਸੀਂ ਜਦੋਂ 75 ਸਾਲਾਂ ਦੀ ਗੱਲ ਕਰਦੇ ਹਾਂ, ਤੇ ਸਾਡੇ ਦੇਸ਼ ਦੀ ਜਮਹੂਰੀਅਤ ਦੇ ਅੰਦਰ ਜਦੋਂ ਵੀ ਇਸ ਤਰ੍ਹਾਂ ਦਾ ਕੁਝ ਵਾਪਰਦਾ ਹੈਗਾ, ਤਾਂ ਲੋਕਾਂ ਦਾ ਪ੍ਰਤੀਕਰਮ ਜਿਹੜਾ ਲੋਕਾਂ 'ਚ ਸਾਡੇ ਸਹਿਜ ਬਹੁਤ ਹੈ, ਤੇ ਜਦੋਂ ਪ੍ਰਤੀਕਰਮ ਆਮ ਤੌਰ ਤੇ ਕੋਈ ਹੋਰ ਢੰਗ ਨਹੀਂ ਹੁੰਦਾ ਤਾਂ ਲੋਕਾਂ ਦਾ ਪ੍ਰਤੀਕਰਮ ਦੋ ਤਰ੍ਹਾਂ ਸਾਹਮਣੇ ਆਉਂਦਾ। ਇੱਕ ਤਾਂ ਬਹੁਤ ਵੱਡੇ ਵਿਸ਼ਾਲ ਅੰਦੋਲਨ ਜੇ ਸ਼ੁਰੂ ਹੋ ਜਾਂਦੇ ਆ, ਦੂਸਰਾ ਇਹ ਹੈਗਾ ਕਿ ਲੋਕ, ਕਿਉਂਕਿ ਇੱਕੋ ਇੱਕ ਜਿਹੜਾ ਜਮਹੂਰੀਅਤ ਦਾ ਇਸ ਵੇਲੇ ਰੂਪ ਹੈ ਉਹ ਸਾਡੇ ਵੋਟ ਦਾ ਜਿਹੜਾ ਪਾਉਣ ਦਾ ਹੈਗਾ, ਕਿਉਂਕਿ ਬਾਕੀ ਸਮੇਂ 'ਚ ਤਾਂ 5 ਸਾਲ ਸਰਕਾਰਾਂ ਆਪਣੀ ਮਰਜ਼ੀ ਕਰਦੀਆਂ। ਸੋ ਅਸੀਂ ਦੇਖਦੇ ਹਾਂ ਕਿ ਲੋਕ ਆਪਣਾ ਪ੍ਰਤੀਕਰਮ ਉਦੋਂ ਦਿਖਾਉਂਦੇ ਆ। ਅਸੀਂ ਪੰਜਾਬ 'ਚ ਦੇਖਿਆ, ਅਸੀਂ ਹੋਰ ਥਾਵਾਂ ਤੇ ਦੇਖਿਆ ਕਿ ਲੋਕ ਐਕਚੁਅਲੀ ਦੇ ਵਿੱਚ ਜਦੋਂ ਸਾਹਮਣੇ ਆਉਂਦੇ ਆ, ਲੋਕਾਂ ਦੇ ਅੰਦਰ ਗੁੱਸਾ ਹੁੰਦਾ ਪਰ ਕੋਈ ਮੌਕਾ ਨਹੀਂ ਹੁੰਦਾ। ਤੇ ਇਸ ਕਰਕੇ ਤੁਹਾਨੂੰ ਲੱਗਦਾ ਨਹੀਂ ਕਿ 2024 ਦਾ ਜਿਹੜਾ ਇਹ ਏਜੰਡਾ ਲੈ ਕੇ ਚੱਲ ਰਿਹਾ ਹੈ ਤੇ ਲੋਕ ਇਹਨੂੰ ਵੀ ਇਸ ਦਾ ਕੋਈ ਜਵਾਬ ਦੇਣਗੇ? ਦੇਖੋ ਗੱਲ ਇਹ ਹੈਗੀ ਹੈ ਕਿ ਇੱਕ ਚੀਜ਼ ਇਹਨਾਂ ਨੇ ਆਪਣੇ ਦਿਮਾਗ 'ਚ ਰੱਖੀ ਹੋਈ ਹੈ ਔਰ ਇਸ ਚੀਜ਼ ਨੂੰ ਪ੍ਰੋਪੇਗੇਟ ਵੀ ਕਰਦੇ ਹੈ ਕਿ ਅਸੀਂ ਮੈਜੋਰਿਟੀ ਪਾਪੂਲੇਸ਼ਨ ਦੇ ਰਿਲੀਜਨ ਨੂੰ ਪ੍ਰੋਟੈਕਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਜੀ ਬਿਲਕੁਲ ਠੀਕ। ਔਰ ਇਹ ਦਿੱਤਾ ਜਾ ਰਿਹਾ ਹੈ ਕਿ ਹਿੰਦੂਤਵ ਦੀ ਜਿਹੜੀ ਸੋਚ ਹੈ ਉਹੀ ਅਸਲੀ ਸੋਚ ਹੈ ਇੰਡੀਆ ਦੀ। ਔਰ ਇਹ ਇਸ ਕਰਕੇ ਕੀਤਾ ਜਾ ਰਿਹਾ ਹੈ ਕਿ ਜਿਹੜੀ ਮੈਜੋਰਿਟੀ ਹੈ ਉਹਨੂੰ ਨਾਲ ਰੱਖਿਆ ਜਾਵੇ। ਜਿੱਥੇ ਤੱਕ ਸਵਾਲ ਹੈ ਵੋਟ ਪੋਲਿਟਿਕਸ ਦਾ, ਤੁਹਾਨੂੰ ਪਤਾ ਹੀ ਹੈ ਕਿ ਕਿਸ ਤਰੀਕੇ ਦੇ ਨਾਲ ਕਦੇ ਪ੍ਰਧਾਨ ਮੰਤਰੀ ਕਿਸੇ ਗੁਫਾ 'ਚ ਜਾ ਕੇ ਉਹ ਕਰਨਾ, ਮੈਡੀਟੇਸ਼ਨ ਕਰਨੀ, ਜੀ ਜੀ ਕਿਸੇ ਮੁਖਰ ਹੋ ਕੇ ਮੰਦਿਰਾਂ ਬਾਰੇ ਜਾਂ ਹੋਰ ਉਹ ਸਾਰਾ ਕੁਝ ਕਰਨਾ। ਹਾਲਾਂਕਿ ਅਸੀਂ ਇੱਕ ਸੈਕੂਲਰ ਕੰਟਰੀ 'ਚ ਰਹਿ ਰਹੇ ਹਾਂ, ਲੇਕਿਨ ਸੈਕੂਲਰ ਕੰਟਰੀ ਦਾ ਪ੍ਰਧਾਨ ਮੰਤਰੀ ਕੋਈ ਵੀ ਐਸੀ
ਜਗ੍ਹਾ ਨਹੀਂ ਛੱਡਦਾ ਜਿੱਥੇ ਆਪਣਾ ਹਿੰਦੂਤਵ ਦਾ ਚਿਹਰਾ ਜਿਹੜਾ ਹੈਗਾ ਉਹ ਸਾਹਮਣੇ ਲਾ ਲਿਆ ਸਕੇ, ਕਿਉਂਕਿ ਇਹ ਬੜਾ ਇੰਪੋਰਟੈਂਟ ਹੈ ਉਹਨਾਂ ਵਾਸਤੇ ਵੋਟਾਂ ਲੈਣ ਵਾਸਤੇ। ਤੇ ਇਸੇ ਕਰਕੇ ਜਿਹੜੀ ਤੁਸੀਂ ਗੱਲ ਕੀਤੀ ਹੈ, ਲੋਕ ਹਜੇ ਤੱਕ ਇਸ ਚੀਜ਼ ਵਾਸਤੇ ਤਿਆਰ ਨਹੀਂ ਲੱਗਦੇ ਕਿ 2024 ਦੇ ਵਿੱਚ ਕੋਈ ਸਬਕ ਸਿਖਾਉਣਾ ਚਾਹੁੰਦੇ ਆ, ਇਨ ਸਪਾਈਟ ਆਫ ਦਾ ਫੈਕਟ, ਇਸ ਦੇ ਬਾਵਜੂਦ ਕਿ ਮਹਿੰਗਾਈ ਵੀ ਵੱਧ ਰਹੀ ਹੈ, ਇਸ ਦੇ ਬਾਵਜੂਦ ਕਿ ਪਰ ਕੈਪੀਟਾ ਇਨਕਮ ਜਿਹੜੀ ਹੈਗੀ ਆ ਉਹ ਵੀ ਉੱਥੇ ਖੜੀ ਹੈ, ਇਸ ਦੇ ਬਾਵਜੂਦ ਕਿ ਜੋ ਸਾਡੀ ਇਕਨੋਮੀ ਦਾ ਬੁਰਾ ਹਾਲ ਹੋਇਆ ਹੈ, ਇਹ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਕੋਈ ਮੂਵਮੈਂਟ ਜਿਹੜੀ ਹੈਗੀ ਹੈ ਨਹੀਂ ਚੱਲ ਰਹੀ। ਮੈਂ ਇੱਕ ਹੋਰ ਤੁਹਾਨੂੰ ਦੱਸਦਾ, ਜਿਹੜੀਆਂ ਰੀਜਨਲ ਪੋਲੀਟੀਕਲ ਪਾਰਟੀਆਂ ਹੈ ਉਹ ਆਪਣੇ ਆਪ ਨੂੰ ਬਚਾਉਣ ਚ ਲੱਗੀਆਂ ਹੋਈਆਂ, ਬਜਾਏ ਇਸ ਦੇ ਕਿ ਅੱਗੇ ਆ ਕੇ ਕੋਈ ਜਨ ਅੰਦੋਲਨ ਸ਼ੁਰੂ ਕਰਨ। ਲੈਫਟ ਪਾਰਟੀਆਂ ਹੈ ਉਹ ਕੇਵਲ WhatsApp ਦੇ ਉੱਪਰ ਹੀ ਹੈਗੀਆਂ, ਦਿਖਾਈ ਦਿੰਦੀਆਂ, ਲੇਕਿਨ ਅਗਰ ਤੁਸੀਂ ਕਹੋ ਸੋਸ਼ਲ ਮੀਡੀਆ ਦੇ ਉੱਪਰ ਤਾਂ ਹੈ ਲੇਕਿਨ ਗਰਾਊਂਡ ਦੇ ਉੱਪਰ ਨਹੀਂ ਹੈ। ਕਾਂਗਰਸ ਪਾਰਟੀ ਜਿਹੜੀ ਹੈਗੀ ਹੈ ਉਹ ਲੱਗੀ ਹੈ, ਲੇਕਿਨ ਕਾਂਗਰਸ ਪਾਰਟੀ ਦਾ ਬੇਸ ਜਿਵੇਂ ਪਿਛਲੇ ਕੁਝ ਸਾਲਾਂ ਦੇ ਵਿੱਚ ਘਟਿਆ ਹੈ, ਉਹਨਾਂ ਵਾਸਤੇ ਵੀ ਬੜਾ ਮੁਸ਼ਕਿਲ ਹੈ, ਕਿਉਂਕਿ ਕੁਝ ਸਟੇਟਾਂ ਦੇ ਵਿੱਚ ਉਹਨਾਂ ਦੀ ਸਰਕਾਰ ਰਹਿ ਗਈ ਹੈ। ਰਾਹੁਲ ਗਾਂਧੀ ਬੋਲਦਾ ਰਹਿੰਦਾ ਹੈ, ਲੇਕਿਨ ਉਹਨੂੰ ਮਜ਼ਾਕ ਕਰਨਾ, ਉਹਨੂੰ ਛੋਟਾ ਕਰਕੇ ਪੇਸ਼ ਕਰਨਾ, ਉਹ ਸਾਰਾ ਇਹਨਾਂ ਦਾ ਜਿਹੜਾ ਸੋਸ਼ਲ ਮੀਡੀਆ, ਜਿਹੜਾ ਇਹਨਾਂ ਦਾ IT ਸੈੱਲ ਹੈ ਉਹ 24/7 ਲੱਗਿਆ ਰਹਿੰਦਾ। ਇਸ ਕਰਕੇ ਇਹਨਾਂ ਚੀਜ਼ਾਂ ਨੂੰ ਜੇ ਆਪਾਂ ਦੇਖੀਏ ਜੰਡੂ ਸਾਹਿਬ, ਤਾਂ ਹਜੇ ਤਾਂ ਕੋਈ ਐਸੀ ਮੂਵਮੈਂਟ ਮੈਨੂੰ ਨਜ਼ਰ ਨਹੀਂ ਆ ਰਹੀ ਜਿਹੜੀ ਕਿ 2024 ਦੇ ਵਿੱਚ ਇੱਕ ਜਨ ਅੰਦੋਲਨ ਬਣ ਕੇ ਇਹਨਾਂ ਨੂੰ ਸੱਤਾ ਤੋਂ ਦੂਰ ਕਰ ਸਕੇ। ਨਹੀਂ ਪ੍ਰੋਫੈਸਰ, ਅਸੀਂ ਦੇਖਦੇ ਹਾਂ ਕਿ ਜਿਵੇਂ ਹੁਣ ਐਡੇ ਵੱਡੇ ਲੈਵਲ ਤੇ ਕਿਸਾਨ ਅੰਦੋਲਨ ਹੋਇਆ ਸੀ, ਕਿਸਾਨ ਅੰਦੋਲਨ ਫਿਰ ਨਵੇਂ ਸਿਰੇ ਤੋਂ ਵੀ ਸ਼ੁਰੂ ਹੋ ਰਿਹਾ, ਤਾਂ ਇਸ ਤਰ੍ਹਾਂ ਹੀ ਜਿਹੜਾ ਨੌਜਵਾਨ, ਜਦੋਂ ਅਗਨੀਵੀਰ ਵਾਲੀ ਗੱਲ ਆਈ ਸੀ ਤਾਂ ਉਦੋਂ ਨੌਜਵਾਨ ਵੀ ਸੜਕਾਂ ਤੇ ਆਏ ਸੀ, ਔਰ ਜਿਸ ਤਰ੍ਹਾਂ ਦੀ ਬਿਹਾਰ 'ਚ ਤਬਦੀਲੀ ਵਾਪਰੀ ਹੈ, ਕਿਤੇ ਨਾ ਕਿਤੇ ਇਹ ਲੱਗਦਾ ਨਹੀਂ ਹੈ ਕਿ ਕਿਸੇ ਸਟੇਜ ਤੇ ਆਣ ਕੇ, ਹੁਣ ਜਦੋਂ ਅਸੀਂ ਪਿਛਲੇ ਜਿਹੜੇ ਵੋਟ ਪੈਟਰਨ ਹੈ ਉਹਦੇ ਤੇ ਨਜ਼ਰ ਮਾਰਦੇ ਹਾਂ, ਤਾਂ ਉਹਦੇ ਤੋਂ ਇਹ ਬੜਾ ਸਪਸ਼ਟ ਨਜ਼ਰ ਆਉਂਦਾ ਹੈ ਕਿ ਜਿਹੜੀ ਵਿਰੋਧੀ ਧਿਰ ਹੈ, ਵਿਰੋਧ ਹੈ, ਉਹ ਜ਼ਿਆਦਾ ਵੱਡੀ ਗਿਣਤੀ 'ਚ ਹੈ, ਮਜ਼ਬੂਤ ਹੈ। ਬੇਸ਼ੱਕ ਪਾਰਟੀਆਂ ਦੇ ਤੌਰ ਤੇ ਵੱਖ-ਵੱਖ ਵੋਟਾਂ ਖਿੰਡੀਆਂ ਹੋਈਆਂ, ਪਰ ਅਲਟੀਮੇਟਲੀ ਜਿਹੜੀ ਹੈ ਭਾਰਤੀ ਜਨਤਾ ਪਾਰਟੀ ਨੂੰ ਵੋਟ ਮਿਲ ਰਹੀ ਹੈ ਉਹ 33%, 35%। ਇਸ 'ਚ ਬਾਕੀ ਦੇ ਲੋਕ ਤਾਂ ਵਿਰੋਧੀ ਖੜੇ ਆ ਨਾ, ਵਿਰੋਧੀ ਵੋਟ ਪਾ ਰਹੇ। ਸੋ ਇਸ ਕਰਕੇ ਕਿਤੇ ਇਹ ਨਹੀਂ ਲੱਗਦਾ ਕਿ ਜਿਹੜੀ ਵਿਰੋਧੀ ਧਿਰ ਹੈ ਜਾਂ ਜਿਹੜੀਆਂ ਸੈਕੂਲਰ ਤਾਕਤਾਂ ਹੈ ਜਾਂ ਜਮਹੂਰੀ ਤਾਕਤਾਂ ਹੈ, ਜੇ ਉਹ ਇਸ ਸਥਿਤੀ ਦੇ ਅੰਦਰ ਇਕਮੁੱਠ ਹੋ ਕੇ ਅੱਗੇ ਤੁਰਦੀਆਂ ਤਾਂ ਕੋਈ ਰਾਹ ਬਣ ਸਕਦਾ। ਦੇਖੋ ਗੱਲ ਇਹ ਹੈਗੀ ਹੈ ਕਿ ਹੁਣ ਹੀ 5 ਸਟੇਟਾਂ ਦੇ ਇਲੈਕਸ਼ਨ ਹੋ ਕੇ ਹਟਿਆ, ਉਹਦਾ ਰਿਜ਼ਲਟ ਆਪਣੇ ਸਾਹਮਣੇ ਹੈ ਜੀ। ਜਿਹੜੇ ਕਿਸਾਨ ਅੰਦੋਲਨ ਨਾਲ ਜੁੜੇ ਹੋਏ ਕਿਸਾਨ ਲੀਡਰ ਸੀਗੇ ਯੂਪੀ ਦੇ, ਬਿਹਾਰ ਦੇ, ਹੋਰ ਜਗ੍ਹਾ ਦੇ, ਇਹ ਗੱਲ ਉਹਨਾਂ ਨੂੰ ਜਿਹੜੀ ਹੈਗੀ ਹੈ ਯਕੀਨੀ ਕਰਾਈ ਜਾਂਦੀ ਹੈ ਕਿ ਦੇਖੋ ਤੁਸੀਂ, ਤੁਹਾਡੀ ਜਾਤ ਬਾਅਦ ਦੇ ਵਿੱਚ ਹੈ, ਤੁਹਾਡਾ ਪ੍ਰੋਫੈਸ਼ਨ ਬਾਅਦ ਦੇ ਵਿੱਚ ਹੈ, ਪਹਿਲਾਂ ਤੁਸੀਂ ਹਿੰਦੂ ਹੋ ਔਰ ਅਸੀਂ ਹਿੰਦੂਆਂ ਦੇ ਹਿਤੈਸ਼ੀ ਹਾਂ, ਇਸ ਕਰਕੇ ਸਾਡਾ ਵੋਟ ਦਾ ਹੱਕ ਹੈ ਤੁਹਾਡੇ ਉੱਪਰ। ਔਰ ਇਸ ਚੀਜ਼ ਨੂੰ ਲੋਕਾਂ ਨੇ ਯੂਪੀ ਦੇ ਵਿੱਚ ਐਕਸੈਪਟ ਵੀ ਕੀਤਾ ਹੈ। ਜਦ ਜਿੱਥੇ ਕਹਿੰਦੇ ਸੀਗੇ ਕਿ ਇੰਨੀਆਂ ਸੀਟਾਂ ਘਟ ਜਾਣਗੀਆਂ, ਇੰਨੀਆਂ ਸੀਟਾਂ ਘਟ ਜਾਣਗੀਆਂ ਔਰ ਹਾਲਤ ਖਰਾਬ ਹੋ ਜੂਗੀ, ਕੋਈ ਹਾਲਤ ਖਰਾਬ ਨਹੀਂ ਹੋਈ, ਦੁਬਾਰਾ ਸਰਕਾਰ ਬਣਾਈ ਹੈ ਉਹਨਾਂ ਨੇ। ਇਸੇ ਤਰੀਕੇ ਦੇ ਨਾਲ ਹੋਰ ਜਗ੍ਹਾ ਵੀ BJP ਜਿੱਤੀ ਹੈ। ਇਹਦਾ ਮਤਲਬ ਹੈ ਲੋਕਾਂ ਦੇ ਵਿੱਚ ਹਜੇ ਤੁਸੀਂ ਅੰਦਰ ਤੱਕ ਖੁੱਭ ਕੇ ਉਹਨਾਂ ਨੂੰ ਕਨਵਿੰਸ ਕਰਵਾਉਣ ਦੇ ਵਿੱਚ ਕਾਮਯਾਬ ਨਹੀਂ ਹੋਏ ਕਿ ਸਰਕਾਰ ਤੁਹਾਡੇ ਦੇਸ਼ ਦੇ ਹਿੱਤ ਦੇ ਵਿੱਚ ਨਹੀਂ ਹੈ, ਤੁਹਾਡੇ ਹਿੱਤ ਦੇ ਵਿੱਚ ਨਹੀਂ ਹੈ। ਅਗਰ ਤੁਸੀਂ ਇਹਦੇ ਵਿੱਚ ਕਾਮਯਾਬ ਹੋ ਜਾਂਦੇ ਹੋ ਤਾਂ ਹੀ ਪੋਸੀਬਲ ਹੈ। ਜੇ ਤੁਸੀਂ ਆਪਣੇ ਡਰਾਇੰਗ ਰੂਮਾਂ ਚੋਂ ਨਿਕਲ ਕੇ ਸੜਕ ਦੇ ਉੱਪਰ ਆਓਗੇ, ਤੁਸੀਂ ਕਿਸਾਨ ਅੰਦੋਲਨ ਹੋਇਆ ਇੱਕ ਪਾਰਟਿਕੂਲਰ ਇਸ਼ੂ ਦੇ ਹੋਇਆ, ਕਿਸਾਨ ਅੰਦੋਲਨ ਨੇ ਆਪਣੀ ਜਿਹੜੀ ਸੀਗੀ ਮੰਗਾਂ ਮਨਵਾਈਆਂ ਔਰ ਉਸ ਤੋਂ ਬਾਅਦ ਖਤਮ ਹੋ ਗਈ। ਉਸ ਤੋਂ ਬਾਅਦ ਕਿਵੇਂ ਸ਼ੁਰੂ ਹੋਊਗਾ, ਉਹ ਕਿੰਨਾ ਕੁ ਉਹਦੇ ਵਿੱਚ, ਕਿਉਂਕਿ ਕਿਸਾਨ ਅੰਦੋਲਨ ਦੇ ਜਿਹੜੇ ਲੀਡਰ ਸੀਗੇ ਉਹਨਾਂ 'ਚ ਵੀ ਆਪਸ ਬਹੁਤ ਜ਼ਿਆਦਾ ਡਿਫਰੈਂਸਿਸ ਆ ਗਏ ਹੈ, ਉਹ ਕਿਵੇਂ ਹੋਏਗਾ। ਹਾਂ, ਜਦ ਤੱਕ ਜਿਹੜਾ ਹਿੰਦੀ ਬੈਲਟ ਹੈ, ਜਿਹਨੂੰ ਕੋ ਬੈਲਟ ਵੀ ਕਹਿੰਦੇ ਆ ਆਪਾਂ, ਹਿੰਦੀ ਹਾਰਟਲੈਂਡ ਵੀ ਕਹਿੰਦੇ ਆ, ਉਹਦੇ ਵਿੱਚ ਗੁਜਰਾਤ ਹੈ, ਮੱਧ ਪ੍ਰਦੇਸ਼ ਹੈ, ਯੂਪੀ ਹੈ, ਰਾਜਸਥਾਨ ਹੈ, ਇਹ ਜਿਹੜੇ ਹੈਗਾ, ਜਦ ਤੱਕ ਇੱਥੇ ਦਾ ਵੋਟਰ ਜਿਹੜਾ ਹੈਗਾ ਜਿਹਦੇ ਸਿਰ ਦੇ ਉੱਪਰ, ਫੋਰ ਐਗਜ਼ਾਮਪਲ ਜਦ ਤੁਸੀਂ 80 ਦੇ ਵਿੱਚੋਂ 70 ਸੀਟਾਂ ਯੂਪੀ ਚੋਂ ਜਿੱਤ ਲਓਗੇ ਤਾਂ ਉਹ ਇੱਕ ਬਹੁਤ ਵੱਡਾ ਚੰਕ ਹੈ ਜਿਹੜਾ ਕਿ ਤੁਹਾਨੂੰ ਸੱਤਾ ਦਿੰਦਾ ਸੈਂਟਰ ਦੇ ਵਿੱਚ। ਜਦ ਤੱਕ ਉੱਥੇ ਜਾ ਕੇ ਤੁਸੀਂ ਕਨਵਿੰਸ ਨਹੀਂ ਹੁੰਦਾ ਵੋਟਰ,
ਉਸ ਵੇਲੇ ਤੱਕ ਬਹੁਤ ਮੁਸ਼ਕਿਲ ਹੈ। ਆਪਾਂ ਕਿੰਨਾ ਮਰਜ਼ੀ ਹੋ ਕਹੀ ਚੱਲੀਏ, ਕਿਸੇ ਖੁਸ਼ਫਹਿਮੀ ਦੇ ਵਿੱਚ ਨਹੀਂ ਰਹਿਣਾ ਚਾਹੀਦਾ। ਇਸਦਾ ਮਤਲਬ ਇਹ ਨਹੀਂ ਹੈ ਕਿ ਆਪਾਂ ਕੋਈ ਜਨ ਅੰਦੋਲਨ ਨਾ ਕਰੀਏ। ਜਦ ਤੱਕ ਆਪਾਂ ਕੋਈ ਜਨ ਅੰਦੋਲਨ ਨਹੀਂ ਚਲਾਉਂਗੇ, ਜਦ ਤੱਕ ਲੋਕਾਂ ਨੂੰ ਇਹ ਕਨਵਿੰਸ ਨਹੀਂ ਕਰਾਂਗੇ ਕਿ ਜਿਹੜਾ ਡਿਵਿਜ਼ਿਵ ਪੋਲਿਟਿਕਸ ਹੋ ਰਹੀ ਹੈ, ਇਹ ਪੋਲਿਟਿਕਸ ਦੇਸ਼ ਦੇ ਹਿੱਤ ਦੇ ਵਿੱਚ ਨਹੀਂ ਹੈ, ਇਹਦੇ ਨਾਲ ਦੇਸ਼ ਕਮਜ਼ੋਰ ਹੋ ਰਿਹਾ ਹੈ, ਉਸ ਵੇਲੇ ਤੱਕ ਅੱਗੇ ਵਧਣਾ ਬਹੁਤ ਮੁਸ਼ਕਿਲ ਹੈ। ਉਹਦੇ ਵਿੱਚ ਰਾਜਨੀਤਿਕ ਦਲਾਂ ਨੂੰ ਸਾਹਮਣੇ ਆਣਾ ਪਊਗਾ, ਆਪਣੇ ਡਿਫਰੈਂਸਿਸ ਭੁਲਾ ਕੇ ਅੱਗੇ ਆਉਣਾ ਪਏਗਾ। ਪ੍ਰੋਫੈਸਰ, ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਪਿਛਲੇ ਦਿਨੀ 12 ਅਗਸਤ ਨੂੰ ਬਕਾਇਦਾ ਜਿਹੜੀਆਂ 11 ਵਿਰੋਧੀ ਪਾਰਟੀਆਂ, ਉਹਨਾਂ ਨੇ ਦਿੱਲੀ 'ਚ ਕਾਨਫਰੰਸ ਕੀਤੀ ਔਰ ਉਹਦੇ ਵਿੱਚ ਉਹਨਾਂ ਨੇ 3 ਮੁੱਖ ਗੱਲਾਂ ਜਿਹੜੀਆਂ ਉਹ ਉਠਾਈਆਂ ਹੈਗੀਆਂ ਤੇ ਜਿਹਦੇ ਬਾਰੇ ਉਹਨਾਂ ਨੇ ਸੰਕਲਪ ਲਿਆ ਕਿ ਉਹ ਇਹਨੂੰ ਲੈ ਕੇ ਅੰਦੋਲਨ ਵੀ ਜਿਹੜੇ ਆ ਕਰਨਗੇ। ਇੱਕ ਤਾਂ ਉਹਨਾਂ ਨੇ ਗੱਲ ਕਹੀ ਹੈ ਕਿ EVM ਦੀ ਦੁਰਵਰਤੋਂ, ਨੰਬਰ 1 ਜੀ। ਨੰਬਰ 2 ਉਹਨਾਂ ਕਿਹਾ ਮਨੀ ਪਾਵਰ ਦੀ ਦੁਰਵਰਤੋਂ। ਤੀਸਰਾ ਉਹਨਾਂ ਨੇ ਕਿਹਾ ਕਿ ਜਿਹੜੀ ਮੀਡੀਆ ਦੀ ਦੁਰਵਰਤੋਂ, ਕਿ ਇਹ ਜਿਹੜੀਆਂ ਚੀਜ਼ਾਂ ਹੈਗੀਆਂ, ਇਹ ਜਿਹੜੀ ਹੈ ਸਾਰਾ ਸਰਕਾਰ ਵੱਲੋਂ ਹੋ ਰਿਹਾ, ਉਸ ਦੇ ਖਿਲਾਫ ਅਸੀਂ ਅੰਦੋਲਨ ਕਰਾਂਗੇ। ਔਰ ਦੂਸਰੇ ਪਾਸੇ ਨਾਲ ਅਸੀਂ ਦੇਖਦੇ ਹਾਂ ਕਿ ਜੋ ਕੁਝ ਇੱਥੇ ਵਾਪਰ ਰਿਹਾ, ਜੋ ਕੁਝ ਘੱਟ ਗਿਣਤੀਆਂ ਨਾਲ ਵੀ ਹੁੰਦਾ, ਉਹਦੇ ਤੇ ਜਿਸ ਤਰ੍ਹਾਂ ਬਾਹਰਲੀਆਂ ਸੰਸਥਾਵਾਂ, ਅਮਰੀਕਨ ਸੰਸਥਾਵਾਂ ਜਿਹੜੀਆਂ ਖਾਸ ਕਰਕੇ ਇਹੋ ਜਿਹੀਆਂ ਘਟਨਾਵਾਂ ਤੇ ਨਜ਼ਰ ਰੱਖਦੀਆਂ, ਉਹਨਾਂ ਵੱਲੋਂ ਔਰ ਦੇਸ਼ ਦੇ ਅੰਦਰ ਵੀ ਜਿਹੜੇ ਜਮਹੂਰੀ ਤੇ ਪਸੰਦ ਲੋਕ ਆ, ਧਰਮ ਨਿਰਪੱਖ ਲੋਕ ਆ, ਉਹਨਾਂ ਨੇ ਵੀ ਜਿਵੇਂ ਬਿਲਕੀਸ ਬਾਨੋ ਦੇ ਕੇਸ ਦੇ ਉੱਤੇ ਜਿਸ ਤਰ੍ਹਾਂ ਦਾ ਆਪਣਾ ਪ੍ਰਤੀਕਰਮ ਦਿੱਤਾ ਹੈ ਔਰ ਸੁਪਰੀਮ ਕੋਰਟ ਨੂੰ ਵੀ ਇਹ ਅਪੀਲ ਕੀਤੀ ਹੈ ਕਿ ਇਹਦਾ ਜਿਹੜਾ ਸੂਓ ਮੋਟੋ ਲਵੇ। ਸੋ ਇਹ ਜਿਹੜੀ ਸਾਰੀ ਸਥਿਤੀ ਬਣ ਰਹੀ ਹੈ, ਇਸ ਦੇ ਵਿੱਚ ਤੁਹਾਨੂੰ ਕੁਝ ਨਜ਼ਰ ਆਉਂਦਾ, ਕੋਈ ਇਹਦੇ ਅਰਥ ਤੁਸੀਂ ਕੀ ਲੈਂਦੇ ਹੋ? ਦੇਖੋ ਜੰਡੂ ਸਾਹਿਬ, ਇੱਕ ਚੀਜ਼ ਕਲੀਅਰ ਹੈ, ਰਾਜਨੀਤੀ ਦੇ ਵਿੱਚ ਕੋਈ ਵੀ ਸਥਿਤੀ ਪਰਮਾਨੈਂਟ ਨਹੀਂ ਹੁੰਦੀ। ਬਿਲਕੁਲ ਠੀਕ। ਬਦਲਾਵ ਤਾਂ ਆਣਾ ਹੀ ਆਣਾ, ਲੇਕਿਨ ਉਹ ਬਦਲਾਵ ਤੁਸੀਂ ਕਿਵੇਂ ਲਿਆਉਣਾ ਚਾਹੁੰਦੇ ਹੋ, ਕਿੰਨੀ ਜਲਦੀ ਲਿਆਉਣਾ ਚਾਹੀਦਾ ਹੈ, ਉਹ ਡਿਪੈਂਡ ਕਰਦਾ ਹੈ ਕਿ ਤੁਸੀਂ ਬਦਲਾਵ ਦਾ ਪਾਰਟ ਬਣਨਾ ਚਾਹੁੰਦੇ ਹੋ ਜਾਂ ਬੈਠ ਕੇ ਸਿਰਫ WhatsApp ਤੇ ਮੈਸੇਜ ਫਾਰਵਰਡ ਕਰਨਾ ਚਾਹੁੰਦੇ ਹੋ। ਜੀ, ਇਹ ਦੋਨਾਂ ਚੀਜ਼ਾਂ 'ਚ ਬਹੁਤ ਫਰਕ ਹੈ। ਇਸ ਕਰਕੇ ਪਹਿਲਾਂ ਜਿੰਨੇ ਵੀ ਅੰਦੋਲਨ ਚੱਲੇ, ਉਹ ਅੰਦੋਲਨ ਸਰਕਾਰ ਦੀਆਂ ਜੜ੍ਹਾਂ ਹਿਲਾ ਕੇ ਰੱਖ ਦਿੰਦੇ ਸੀਗੇ। ਅੱਜ ਜਿਹੜਾ ਹੈਗਾ ਅੰਦੋਲਨ ਹੋ ਹੀ ਨਹੀਂ ਰਿਹਾ, ਜੇ ਹੁੰਦਾ ਵੀ ਆ ਉਹ ਕਹਿੰਦੇ ਦੇਸ਼ ਧਰੋਹੀ ਹੈ, ਤਾਂ ਉਸ ਚੀਜ਼ ਨੂੰ ਵੀ ਕਾਊਂਟਰ ਕਰਨਾ ਪਏਗਾ। ਇਸ ਚੀਜ਼ ਨੂੰ ਵੀ ਕਾਊਂਟਰ ਕਰ, ਮਾਈਨੋਰਟੀਜ਼ ਨੂੰ ਜਿਹੜੀ ਸੈਕੂਲਰ ਸੋਚ ਦੇ ਲੋਕ ਹੈ, ਜਿਹੜੀਆਂ ਰਾਜਨੀਤਿਕ ਦਲ ਹੈ, ਰੀਜਨਲ ਪੋਲੀਟੀਕਲ ਪਾਰਟੀਆਂ ਹੈ, ਜਿਨ੍ਹਾਂ ਨੂੰ ਓਪਨਲੀ ਇਹ ਕਿਹਾ ਜਾ ਰਿਹਾ ਹੈ ਕਿ ਇਹਨਾਂ ਨੂੰ ਤਾਂ ਅਸੀਂ ਖਤਮ ਕਰ ਦਿਆਂਗੇ, ਜਿਹਦੀ ਵਜ੍ਹਾ ਕਰਕੇ ਗੁਜਰਾਤ ਦੇ ਵਿੱਚ ਟੁੱਟੀ ਹੈ ਸਰਕਾਰ। ਤਾਂ ਇਹ ਚੀਜ਼ਾਂ ਜਿਹੜੀਆਂ ਹੈਗੀਆਂ, ਬਹੁਤ ਸਾਰੇ ਐਸੇ ਪੁਆਇੰਟ ਹੈ ਜਿੱਥੇ ਤੁਸੀਂ ਇਕੱਠਾ ਹੋ ਕੇ ਸਰਕਾਰ ਨੂੰ ਚੈਲੰਜ ਕਰ ਸਕਦੇ ਹੋ ਇਸ਼ੂਜ਼ ਦੇ ਉੱਪਰ, ਲੇਕਿਨ ਉਹਦੇ ਵਾਸਤੇ ਵੀ ਸਾਰਿਆਂ ਨੂੰ ਇਕੱਠੇ ਹੋਣਾ ਪਏਗਾ। ਤੁਸੀਂ ਇਹ ਦੇਖੋ ਵੀ ਰਾਸ਼ਟਰਪਤੀ ਦਾ ਚੋਣ ਹੋਇਆ, ਉਪ ਰਾਸ਼ਟਰਪਤੀ ਦਾ ਚੋਣ ਹੋਇਆ, ਉੱਥੇ ਵੀ ਆਪੋਜੀਸ਼ਨ ਪਾਰਟੀਆਂ ਇਕੱਠੀਆਂ ਨਹੀਂ ਸੀਗੀਆਂ। ਕਿਸੇ ਨੇ ਕਿਤੇ ਵੋਟ ਪਾਤੀ, ਕਿਸੇ ਨੇ ਕਿਤੇ ਵੋਟ ਪਾਤੀ, ਕਿਸੇ ਦੇ MP ਆਏ ਨਹੀਂ ਵੋਟ ਪਾਉਣ। ਤਾਂ ਇਹ ਕੀ ਸੰਕੇਤ ਦਿੰਦਾ ਹੈ? ਇਹ ਤਾਂ ਰੀਸੈਂਟਲੀ ਗੱਲ ਹੈ ਨਾ। ਇਹ ਸੰਕੇਤ ਇਹ ਦਿੰਦਾ ਹੈਗਾ ਵੀ ਤੁਸੀਂ ਛੋਟੇ ਤੇ ਛੋਟੇ ਇਸ਼ੂ ਤੇ ਵੀ ਇਕੱਠੇ ਹੋਣ ਵਾਸਤੇ ਤਿਆਰ ਨਹੀਂ ਹੋ। ਜੀ, ਇਹ ਚੀਜ਼ਾਂ ਜਿਹੜੀਆਂ ਹੈਗੀਆਂ, ਇਹ ਵੀ ਸੋਚਣੀਆਂ ਪੈਣਗੀਆਂ ਪੋਲੀਟੀਕਲ ਪਾਰਟੀਆਂ ਨੂੰ, ਅਗਰ ਪੋਲੀਟੀਕਲ ਪਾਰਟੀਆਂ ਵਾਕਈ ਚੈਲੰਜ ਕਰਨਾ ਚਾਹੁੰਦੀਆਂ ਸੱਤਾਧਾਰੀ ਦਲ ਨੂੰ। ਪ੍ਰੋਫੈਸਰ, ਆਪਣਾ ਸਮਾਂ ਵੀ ਸਮਾਪਤ ਹੋ ਰਿਹਾ, ਕੋਈ ਆਖਰੀ ਤੁਸੀਂ ਇਹਦੇ ਤੇ ਸਾਰੀ ਸਿਚੁਏਸ਼ਨ ਦੇ ਉੱਪਰ ਕੋਈ ਕਨਕਲੂਡ ਕਰਨਾ ਚਾਹੋ? ਦੇਖੋ, ਮੈਂ ਕਨਕਲੂਡਿੰਗ ਗੱਲ ਆਪਣੇ ਜੰਡੂ ਸਾਹਿਬ ਇਹੀ ਕਹਿਣਾ ਚਾਹੁੰਦਾ ਕਿ ਅਗਰ ਕਿਸੇ ਸਮਾਜ ਨੂੰ ਰਾਜਨੀਤਿਕ ਰੂਪ ਦੇ ਵਿੱਚ ਜੀਵਤ ਰੱਖਣਾ ਹੈ ਤਾਂ ਉਹਨਾਂ ਦੇ ਇੰਸਟੀਟਿਊਸ਼ਨ ਨੂੰ ਜੀਵਤ ਰੱਖਣਾ ਪਏਗਾ। ਜੀ, ਲੇਕਿਨ ਇਸ ਵੇਲੇ ਜਿਹੜੇ ਇੰਸਟੀਟਿਊਸ਼ਨਸ ਬਿਲਕੁਲ ਅਸਰੀ ਹੁੰਦੇ ਆ, ਸਥੰਭ ਹੁੰਦੇ ਆ, ਜਿਵੇਂ ਕਿ ਬਿਲਡਿੰਗ ਦੇ ਪਿਲਰਸ ਹੁੰਦੇ ਆ, ਅਗਰ ਉਹ ਪਿਲਰਸ ਖਤਮ ਹੋ ਜਾਂਦੇ ਆ ਤਾਂ ਜਿਹੜੀ ਹੈਗੀ ਹੈ ਇਮਾਰਤ ਗਿਰ ਜਾਂਦੀ ਹੈ। ਇਸੇ ਤਰੀਕੇ ਦੇ ਨਾਲ ਸਾਡਾ ਜਿਹੜਾ ਪੋਲੀਟੀਕਲ ਸਟਰਕਚਰ ਹੈ, ਉਹਦੇ ਜਿਹੜੇ ਪਿਲਰਸ ਹੈ, ਇੰਸਟੀਟਿਊਸ਼ਨਸ ਹੈ, ਅਗਰ ਉਹ ਇੰਸਟੀਟਿਊਸ਼ਨਸ ਨੂੰ ਢਾਹ ਲੱਗਦੀ ਰਹੀ, ਜਿਵੇਂ ਕਿ ਲਾਈ ਜਾ ਰਹੀ ਹੈ ਪਿਛਲੇ 8 ਸਾਲ ਤੋਂ, ਲਾਉਣ ਦੀ ਅੱਗੇ ਕੋਸ਼ਿਸ਼ ਹੋ ਰਹੀ ਹੈ, ਤਾਂ ਸਾਡਾ ਪੋਲੀਟੀਕਲ ਸਿਸਟਮ ਕੋਲੈਪਸ ਕਰ ਜਾਏਗਾ। ਅਸੀਂ ਅਥਾਰਟੇਰੀਅਨ ਗਵਰਨਮੈਂਟ ਵੱਲ ਵਧਾਂਗੇ, ਡੈਮੋਕ੍ਰੇਸੀ ਖਤਮ ਹੋ ਜਾਏਗੀ, ਡਿਕਟੇਟਰਸ਼ਿਪ ਵੱਲ ਵਧਾਂਗੇ, ਔਰ ਇਸ ਸਿਚੁਏਸ਼ਨ ਦੇ ਵਿੱਚ ਸਾਡੇ ਹੱਥੋਂ ਸਾਰਾ ਕੁਝ ਨਿਕਲ ਜਾਣਾ ਹੈ, ਮੁੜ ਕੇ ਹੱਥ ਮਲਦੇ ਰਹਿ ਜਾਾਂਗੇ। ਟਾਈਮ ਹੈ ਕਿ ਆਪਾਂ ਸਾਰੇ ਉੱਠੀਏ ਔਰ ਠੀਕ ਸੋਚ ਵਾਲੇ ਬੰਦੇ ਜਿਹੜੇ ਹੈਗੇ ਆ ਉਹ ਉੱਠ ਕੇ ਇਸ ਸਿਚੁਏਸ਼ਨ ਦਾ ਮੁਵਾਜ਼ਨਾ ਕਰੀਏ ਔਰ ਉਹਦੇ ਅਗੇਂਸਟ ਸੰਘਰਸ਼ ਕਰੀਏ।
ਤੇ ਦੋਸਤੋ ਇੱਥੇ ਹੀ ਸਾਡਾ ਪ੍ਰੋਗਰਾਮ ਸਮਾਪਤ ਹੁੰਦਾ ਹੈ। ਜੇ ਦੋਸਤੋ ਤੁਹਾਨੂੰ ਸਾਡਾ ਇਹ ਪ੍ਰੋਗਰਾਮ ਚੰਗਾ ਲੱਗਿਆ ਹੋਵੇ ਤਾਂ ਤੁਸੀਂ ਇਸ ਨੂੰ ਲਾਈਕ ਵੀ ਜ਼ਰੂਰ ਕਰਨਾ, ਆਪਣੇ ਦੋਸਤਾਂ ਨਾਲ ਵੀ ਸ਼ੇਅਰ ਕਰਨਾ ਤੇ ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਕਰਨਾ। ਤੁਹਾਡਾ ਬਹੁਤ ਬਹੁਤ ਧੰਨਵਾਦ। ਪ੍ਰੋਫੈਸਰ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਸ਼ੁਕਰੀਆ ਜੀ, ਮਿਹਰਬਾਨੀ।